पंजाब ਦੇ ਵਿੱਚ ਹੋਰ ਵੀ ਸੰਘਰਸ਼ ਲੜੇ ਹੋਣੇ ਆ ਪਰ ਇਸ ਸੰਘਰਸ਼ ਦਾ ਤਜਰਬਾ ਕੀ ਕਹਿੰਦਾ? ਇਹ ਏਡਾ ਵੱਡਾ ਸੰਘਰਸ਼ ਤਾਂ ਕਦੀ ਹੋਇਆ ਹੀ ਨਹੀਂ। 45 ਦਿਨਾਂ ਦਾ 86 ਚ ਹੋਇਆ ਸੀਗਾ ਚੰਡੀਗੜ੍ਹ ਦਾ। ਉਸ ਤੋਂ ਬਾਅਦ ਇੱਕ ਐਗਜ਼ਾਮਪਲ ਸੀਗੀ, ਉਹਨੂੰ ਇੱਕ ਐਗਜ਼ਾਮਪਲ ਸ਼ੋਅ ਕਰ ਦਿੰਦੇ ਸੀ ਵੀ ਲੋਕ ਇੰਨੇ ਵੱਡੇ ਲੈਵਲ ਤੇ ਜੁੜ ਗਏ ਸੀ। ਵਜ੍ਹਾ ਕੀ ਹੈ? ਪ੍ਰੈਸ਼ਰ ਸਰਕਾਰ ਤੇ ਕ੍ਰੀਏਟ ਨਹੀਂ ਹੋ ਪਾ ਰਿਹਾ ਜਾਂ ਫਿਰ ਪ੍ਰੈਸ਼ਰ ਨੂੰ ਮੰਨ ਹੀ ਨਹੀਂ ਰਹੀ ਸਰਕਾਰ? ਕਿਉਂਕਿ ਇਹ ਸਰਕਾਰ ਕਾਰਪੋਰੇਟ ਘਰਾਣੇ ਦੇ ਹੱਥ ਵਿਕ ਚੁੱਕੀ ਆ, ਉਹਨਾਂ ਨੇ ਬਣਾਈ ਆ, ਉਹ ਆਪਣੇ ਹਿਸਾਬ ਨਾਲ ਪ੍ਰੈਸ਼ਰਾਈਜ਼ ਕਰ ਰਹੇ ਨੇ। ਸਮਾਂ ਹੋ ਗਿਆ ਮੀਟਿੰਗ ਵੀ ਨਹੀਂ ਹੋਈ, ਨਾ ਮੀਟਿੰਗ ਨਾ ਹੋਣ ਦੀ ਵਜ੍ਹਾ ਕੀ ਹੈ? ਮੀਟਿੰਗ ਨਾ ਹੋਣ ਦੀ ਜਗ੍ਹਾ ਜਿਹੜੀ ਰਾਜ ਹੱਟ ਆ ਉਹਨਾਂ ਦੀ, ਅਸੀਂ ਕਿਸੇ ਦਿਮਾਗ ਸੋਚਿਆ ਨਹੀਂ ਵੀ ਇੱਥੋਂ ਕਿਤੇ ਬਿਨਾਂ ਰਿਪੀਲ ਕਰਾਏ ਜਾਂ ਬਿਨਾਂ ਕੋਈ ਫੈਸਲਾ ਕੋਈ ਨਤੀਜੇ ਇੱਥੋਂ ਜਾਵਾਂਗੇ। ਜੇ ਇਹ ਆਪਾਂ ਇਮਾਨਦਾਰੀ ਨਾਲ ਅੱਜ ਇੰਨੇ ਕੁ 3 ਕਾਨੂੰਨ ਨਾਲ ਰਿਪੀਲ ਕਰਾ ਸਕੇ ਤੇ ਆਉਂਦੇ ਪੰਜਾਬ ਨੂੰ ਆਪਾਂ ਕਿੱਥੋਂ ਬਚਾ ਲਾਂਗੇ? ਚੀਜ਼ਾਂ ਆਉਂਦੀਆਂ ਦਿਮਾਗ ਦੇ ਵਿੱਚ ਵੀ ਪਤਾ ਨਹੀਂ ਹੋਣਾ ਕੀ ਆਉਣ ਵਾਲੇ ਦਿਨਾਂ ਦੇ ਵਿੱਚ, ਜਾਂ ਕਦੇ ਹਰਮੀਤ ਕਾਦੀਆਂ ਮਾਯੂਸ ਹੋਏ ਅੰਦੋਲਨ ਨੂੰ ਲੈ ਕੇ? ਇਸ ਅੰਦੋਲਨ ਨੇ ਇੰਨੀ ਚੜ੍ਹਦੀ ਕਲਾ ਦਿੱਤੀ ਹੋਈ ਆ, ਕਦੀ ਵੀ ਤੁਸੀਂ ਵਾਹਿਗੁਰੂ ਦੀ ਕਿਰਪਾ ਨਾਲ ਮੇਰੇ ਨਾਲ ਜਦੋਂ ਵੀ ਤੁਸੀਂ ਅੱਗੇ ਵੀ ਮੈਨੂੰ ਮਿਲਿਆ ਕਦੀ ਵੀ ਨਹੀਂ ਐ ਸੋਚਿਆ ਵੀ ਇਸ ਅੰਦੋਲਨ 'ਚ ਆਪਾਂ ਨਹੀਂ ਕੁਝ ਖੱਟਿਆ। ਮੋਦੀ ਸਰਕਾਰ ਬੀਜੇਪੀ ਸਰਕਾਰ ਨੂੰ ਚੰਗੀ ਤਰ੍ਹਾਂ ਠਿੱਠ ਕਰ ਰਹੇ ਆ ਵੀ ਜਿੱਥੇ ਮਰਜ਼ੀ ਭੱਜ ਲਾ। ਜਿੱਥੇ ਤੁਸੀਂ ਕਹਿੰਦੇ ਅਨਪੜ੍ਹ ਆ, ਅਸੀਂ ਤੁਹਾਨੂੰ ਟੇਬਲ ਟਾਕ ਤੇ ਹਰਾਤਾ। ਟੇਬਲ ਟਾਕ ਤੇ ਉਹਨਾਂ ਨੂੰ ਨਾਮ ਬੁਲਾਉਣਾ ਇਹੀ ਤਾਤਾ ਵੀ ਉਹਨਾਂ ਕੋਲ ਕੋਈ ਗੱਲ ਹੀ ਹੈ ਨਹੀਂ ਕਹਿਣ ਨੂੰ। ਰੁਲਦੂ ਸਿੰਘ ਮਾਨਸਾ ਹੁਣਾਂ ਨੂੰ 15 ਦਿਨਾਂ ਲਈ ਸਸਪੈਂਡ ਕੀਤਾ ਗਿਆ। ਤੁਹਾਨੂੰ ਲੱਗਦਾ ਨਹੀਂ ਕਿ ਇੰਨੇ ਮੈਚੁਰ ਲੀਡਰ ਹੋਣ ਦੇ ਬਾਵਜੂਦ ਇਹੋ ਜਿਹੀਆਂ ਗੱਲਾਂ ਸਟੇਜ ਤੇ ਨਹੀਂ ਕਰਨੀਆਂ ਚਾਹੀਦੀਆਂ? ਕਿਸੇ ਵੀ ਵੱਡੇ ਲੀਡਰ ਦੇ ਵੀ ਮੈਂ ਕਹਿੰਦਾ ਵੀ ਕਿਸੇ ਨੂੰ ਵੀ ਕੋਈ ਧਾਰਮਿਕ ਗੱਲ, ਕੋਈ ਜਾਤ ਪਾਤ ਦੀ ਗੱਲ ਬਿਲਕੁਲ ਇਹਦੇ ਵਿੱਚ ਨਹੀਂ ਲੈ ਕੇ ਆਉਣੀ ਚਾਹੀਦੀ। ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਨੇ। ਕੇਂਦਰ ਸਰਕਾਰ ਨੂੰ ਘੇਰਿਆ ਜਾ ਰਿਹਾ। ਪਾਰਲੀਮੈਂਟ ਦੇ ਵਿੱਚ ਵੀ ਲਗਾਤਾਰ ਸਰਕਾਰ ਘੇਰੀ ਜਾ ਰਹੀ ਹੈ ਕਿ ਖੇਤੀਬਾੜੀ ਕਾਨੂੰਨ ਕੇਂਦਰ ਸਰਕਾਰ ਰੱਦ ਕਰੇ। ਹਰਮੀਤ ਕਾਦੀਆਂ ਕਿਸਾਨ ਆਗੂ ਸਾਡੇ ਨਾਲ ਮੌਜੂਦ ਨੇ। 8 ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਦਿੱਲੀ ਦੇ ਬਾਰਡਰਾਂ ਤੇ ਕਿਸਾਨਾਂ ਨੂੰ ਬੈਠਿਆਂ ਗੱਲਬਾਤ ਕਰਦੇ ਹਾਂ। ਕਾਦੀਆਂ ਸਾਹਿਬ ਬਹੁਤ-ਬਹੁਤ ਸਵਾਗਤ ਹੈ ਪ੍ਰੋ ਪੰਜਾਬ ਟੀਵੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਸਰੋਤਿਆਂ ਨੂੰ। ਕਾਦੀਆਂ ਸਾਹਿਬ, ਲੰਬਾ ਸਮਾਂ ਹੋ ਗਿਆ ਸੰਘਰਸ਼ ਲੜਦਿਆਂ ਨੂੰ। ਕੀ ਨਜ਼ਰ ਆਉਂਦਾ ਹਰਮੀਤ ਕਾਦੀਆਂ ਹੁਣਾਂ ਨੂੰ ਜਦੋਂ ਦੇਖਦੇ ਆ ਵੀ ਪੰਜਾਬ ਦੇ ਵਿੱਚ ਹੋਰ ਵੀ ਸੰਘਰਸ਼ ਲੜੇ ਹੋਣੇ ਆ ਪਰ ਇਸ ਸੰਘਰਸ਼ ਦਾ ਤਜਰਬਾ ਕੀ ਕਹਿੰਦਾ? ਜਿਹੜਾ ਇਹ ਸੰਘਰਸ਼ ਦਾ ਤਜਰਬਾ, ਉਹ ਜਿਹੜੇ ਸਾਡੇ ਤੋਂ ਵੱਡੇ ਵਡੇਰੇ ਵੀ ਹੈਗੇ, ਜਿਹੜੇ ਜਥੇਬੰਦੀਆਂ ਪਹਿਲਾਂ ਚਲਾਉਂਦੇ ਰਹੇ ਆ, ਸਾਡੇ ਬਜ਼ੁਰਗ ਵੀ ਰਹੇ ਆ ਤੇ ਬਾਕੀ ਸਾਥੀ ਜਿੰਨੇ ਵੀ ਹੋਰ ਜਥੇਬੰਦੀਆਂ ਵਾਲੇ ਨੇ, ਸੀਨੀਅਰ ਆਗੂ ਨੇ ਸਾਡੇ ਵਿੱਚ, ਉਹ ਵੀ ਮੰਨਦੇ ਆ ਵੀ ਏਡਾ ਵੱਡਾ ਸੰਘਰਸ਼ ਤਾਂ ਕਦੀ ਹੋਇਆ ਹੀ ਨਹੀਂ। ਤੇ ਜੇ 45 ਦਿਨਾਂ ਦਾ 86 ਚ ਹੋਇਆ ਸੀਗਾ ਚੰਡੀਗੜ੍ਹ ਦਾ। ਉਸ ਤੋਂ ਬਾਅਦ ਇੱਕ ਐਗਜ਼ਾਮਪਲ ਸੀਗੀ, ਉਹਨੂੰ ਇੱਕ ਐਗਜ਼ਾਮਪਲ ਸ਼ੋਅ ਕਰ ਦਿੰਦੇ ਸੀ ਵੀ ਲੋਕ ਇੰਨੇ ਵੱਡੇ ਲੈਵਲ ਤੇ ਜੁੜ ਗਏ ਸੀ ਤੇ ਲੰਗਰ ਚੱਲ ਪਏ ਸੀ। ਤਾਂ ਉਸ ਤੋਂ ਬਾਅਦ ਕਾਫੀ ਲੰਬਾ ਸਮਾਂ ਉਹ ਲੱਗਦਾ ਸੀ ਵੀ ਵੱਡੇ ਲੈਵਲ ਤੇ ਰਿਹਾ। ਨਹੀਂ ਤਾਂ 2 4 5 6 ਦਿਨ, ਵੱਧ ਤੋਂ ਵੱਧ 10 ਦਿਨ ਧਨੇਰ ਜੀ ਨੂੰ ਛਡਾਇਆ ਸੀਗਾ, ਉਹ ਥੋੜੇ ਜਿਹੇ ਵੱਧ ਦਿਨ ਚੱਲ ਗਿਆ ਸੀ। ਇੱਕ ਜਗ੍ਹਾ ਬੈਠੇ ਤੇ ਚੱਲਿਆ ਸੀਗਾ। ਤੇ ਇੱਕ ਉਹ ਪਰਸਨਲ ਜੀ ਗੱਲ ਹੋ ਗਈ ਸੀ ਵੀ ਇੱਕ ਜਥੇਬੰਦੀ ਦਾ ਲੀਡਰ ਫੜਿਆ ਗਿਆ ਤਾਂ ਉਹਨੂੰ ਜਥੇਬੰਦੀਆਂ ਛਡਾ ਰਹੀਆਂ ਨੇ। 26 ਨਵੰਬਰ ਨੂੰ ਆਏ ਸੀ ਆਪਾਂ ਦਿੱਲੀ ਦੀ ਬਰੂਹਾਂ ਦੇ ਉੱਤੇ ਤੇ 8 ਮਹੀਨੇ ਤੇ 1 ਦਿਨ ਹੋ ਗਿਆ ਇਹਦੇ ਉੱਤੇ। ਤੇ ਇਹਦੇ ਉੱਤੇ ਅੱਜ ਆਪਾਂ ਮੌਕ ਪਾਰਲੀਮੈਂਟ ਲਾ ਰਹੇ ਹਾਂ, ਜਿਹਦਾ ਚੌਥਾ ਦਿਨ ਆ। ਤੇ ਉਹਦੇ ਵਿੱਚ ਆਪਾਂ ਜਿਹਨੂੰ ਕਿਹਾ ਜਾਂਦਾ ਸੀ ਪੰਜਾਬ ਇਹਨੂੰ ਰੀਪ੍ਰੈਜ਼ੈਂਟ ਕਰ ਰਿਹਾ, ਪੰਜਾਬ ਦੇ ਆਗੂ ਹੀ ਨੇ ਸਿਰਫ ਗੱਲ ਕਰ ਰਹੇ ਆ, ਹਰਿਆਣਾ ਆ ਗਿਆ, ਹਰਿਆਣਾ ਕਰ ਰਿਹਾ ਵੀ ਇਹਨਾਂ ਦੀਆਂ ਮੰਗਾਂ ਨੇ। ਜਿੱਥੇ ਕਿ ਅੱਜ ਅਸੀਂ ਇਹ ਪਾਰਲੀਮੈਂਟ ਤੋਂ ਕੁਝ ਦੂਰੀ ਤੋਂ ਹੀ ਬੈਠੇ ਆ ਆਪਾਂ ਤੇ ਬਰਾਬਰ ਮੌਕ ਪਾਰਲੀਮੈਂਟ ਲਾ ਕੇ ਦੱਸ ਰਹੇ ਆ ਵੀ ਅੱਜ ਸਾਡੇ 60 ਕਿਸਾਨ ਆਗੂ ਕਿਸਾਨ ਵੀਰ ਆਏ ਨੇ ਸਾਡੇ ਪਾਰਲੀਮੈਂਟ ਦੇ ਵਿੱਚ ਤੇ 200 ਤੋਂ ਉੱਪਰ ਜਾਂ 170-80 ਅਸੀਂ ਗੈਰ ਪੰਜਾਬੀ, ਗੈਰ ਰਾਜਸਥਾਨ ਹਰਿਆਣੀ ਲੋਕ ਇੱਥੇ ਲੈ ਕੇ ਆਏ। ਜਦੋਂ ਰਾਜਸਥਾਨ ਨੇ ਰੀਪ੍ਰੈਜ਼ੈਂਟ ਕੀਤਾ, ਮਹਾਰਾਸ਼ਟਰ ਨੇ ਰੀਪ੍ਰੈਜ਼ੈਂਟ ਕੀਤਾ, ਮੱਧ ਪ੍ਰਦੇਸ਼ ਨੇ ਕੀਤਾ, ਤਾਮਿਲਨਾਡੂ ਕਰ ਰਹੀ ਹੈ। ਈਵਨ ਉਹਨਾਂ ਨੂੰ ਸਪੀਕਰ, ਡਿਪਟੀ ਸਪੀਕਰ ਬਣਾਉਣ ਦੀ ਵੀ ਆਪਾਂ ਰਵਾਇਤ ਸ਼ੁਰੂ ਕੀਤੀ ਤੇ ਉਹਨਾਂ ਦੀ ਲੈਂਗੁਏਜ ਦੇ ਵਿੱਚ ਇੱਥੇ ਆਪਾਂ ਉਹਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਇਹ ਲਾਅ ਇਕੱਲੇ ਸਾਡੇ ਕਿਸਾਨੀ ਵਾਸਤੇ ਨਹੀਂ, ਪੂਰੇ ਭਾਰਤ ਦੀ ਕਿਸਾਨੀ ਵਾਸਤੇ ਇਹ ਉਲਟਾ। ਤੇ ਨਾਲ ਹੀ ਜਿੰਨੀ ਦੇਰ ਆਪਾਂ ਨੂੰ ਹੁਣ ਹੋ ਗਈ ਇਸ ਨੂੰ ਆਪਾਂ ਛੋਟੇ ਦੁਕਾਨਦਾਰ ਨੂੰ, ਛੋਟੇ ਵਪਾਰੀ ਨੂੰ, ਛੋਟੇ ਮਜ਼ਦੂਰ ਨੂੰ, ਆਪਾਂ ਟਰਾਂਸਪੋਰਟਰ ਨੂੰ, ਰਿਕਸ਼ਾ ਚਾਲਕ ਨੂੰ, ਹਰੇਕ ਨੂੰ, ਜਿਹੜੇ ਵੀ ਖਪਤਕਾਰ ਨੇ ਉਹਨਾਂ ਨੂੰ ਸਮਝਾਉਣ ਨੂੰ ਆਪਾਂ ਪੂਰੇ ਸਫਲ ਹੋ ਚੁੱਕੇ ਹਾਂ ਵੀ ਇਹ ਸਾਡੇ ਵਾਸਤੇ ਜੇ ਸਪੈਸ਼ਲ ਗੁੱਡਸ ਐਕਟ ਗਲਤ ਹੈਗਾ ਤਾਂ ਖਪਤਕਾਰ ਨੂੰ ਉਦੋਂ ਵੱਡੇ ਲੈਵਲ ਤੇ ਹੈ। ਕਿਉਂਕਿ ਜੇ ਅਸੀਂ 65-70% ਆਬਾਦੀ ਖੇਤੀ ਕਰਦੇ ਹਾਂ ਪਰ ਨਾਲ ਹੀ ਅਸੀਂ ਖਪਤਕਾਰ ਵੀ ਹੈਗੇ ਆ। ਜਿਹੜੀ ਅਸੀਂ ਚੀਜ਼ ਦੀ ਖਪਤ ਕਰਦੇ ਆ ਤਾਂ ਖਪਤਕਾਰ ਤੌਰ ਤੇ ਜਦੋਂ ਸਾਨੂੰ ਮਹਿੰਗਾਈ ਦਾ ਸਾਹਮਣਾ ਕਰਨਾ ਪਿਆ ਤਾਂ ਅਸੀਂ ਪਿਛਲੇ ਕੁਝ ਦਿਨ ਪਹਿਲਾਂ SKM ਨੇ ਜਿਹੜੀ ਕਾਲ ਦਿੱਤੀ ਸੀਗੀ 2 ਘੰਟੇ ਲਈ ਸਾਈਡ ਤੇ ਸੜਕਾਂ ਦੇ ਗੈਸ ਸਿਲੰਡਰ ਤੇ ਪੈਟਰੋਲੀਅਮ ਦੇ ਪ੍ਰੋਡਕਟ ਦੇ ਉਲਟ, ਉਹ ਤਾਂ ਹੀ ਦਿੱਤੀ ਸੀ ਵੀ ਜਿੱਥੇ ਅਸੀਂ ਪੈਦਾਕਾਰ ਆ ਉੱਥੇ ਅਸੀਂ ਖਪਤਕਾਰ ਆ। ਖਪਤਕਾਰ ਹੋਣ ਦੇ ਮਹਿੰਗਾਈ ਦਾ ਸਾਡਾ ਸਭ ਤੋਂ ਵੱਧ ਅਸਰ ਸਾਡੇ ਤੇ ਪੈਂਦਾ ਜਦੋਂ ਸਾਨੂੰ ਮਹਿੰਗੇ ਲੈਣੇ ਪੈਂਦੇ ਆ ਸਮਾਨ। ਕਿਸੇ ਨੂੰ ਮਹਿੰਗੀਆਂ ਦਾਲਾਂ ਖਰੀਦਣੀਆਂ ਪੈਂਦੀਆਂ, ਕਿਸੇ ਨੂੰ ਮਹਿੰਗੇ ਤੇਲ ਖਰੀਦਣੇ ਪੈਣੇ, ਰਸੋਈ ਬਹੁਤ ਮਹਿੰਗੀ ਕਰਤੀ ਹੈ, ਗੈਸ ਮਹਿੰਗੀ ਕਰਤੀ, ਡੀਜ਼ਲ ਪੈਟਰੋਲ ਮਹਿੰਗਾ ਕਰਤਾ। ਤਾਂ ਇਹ ਜਿਹੜੀ ਅੱਜ ਸਾਡਾ ਚੌਥੇ ਦਿਨ ਲੱਗਿਆ ਸੀ ਸਪੈਸ਼ਲ ਗੁੱਡਸ ਦੇ ਉੱਤੇ ਸੀ ਤਾਂ ਸਾਰੀਆਂ ਸਟੇਟਸ ਆਪਣੀ ਰੀਪ੍ਰੈਜ਼ੈਂਟੇਸ਼ਨ ਕਰ ਰਹੀਆਂ ਨੇ ਤੇ ਉਹ ਦੱਸ ਰਹੀਆਂ ਨੇ ਕਿਵੇਂ ਸਾਨੂੰ ਇਹ ਐਕਟ ਮਾੜੇ ਨੇ।
ਕਾਦੀਆਂ ਸਾਹਿਬ, ਲੰਬਾ ਸਮਾਂ ਹੋ ਗਿਆ ਬਾਰਡਰਾਂ ਤੇ ਬੈਠਿਆਂ ਨੂੰ। ਕਿਸਾਨਾਂ ਦਾ ਅੰਦੋਲਨ, ਹਾਲਾਂਕਿ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਵੀ ਬਹੁਤ ਸਾਰੇ ਅੰਦੋਲਨ ਹੋਏ ਨੇ, ਆਜ਼ਾਦੀ ਤੋਂ ਬਾਅਦ ਵੀ ਅੰਦੋਲਨ ਹੋਏ ਆ, ਪਰ ਮਹਿੰਦਰ ਸਿੰਘ ਟਿਕੈਤ ਹੋਣਾ ਨੇ ਜਦੋਂ ਮੰਗਾਂ ਮਨਵਾਈਆਂ, 35 ਸੂਤਰੀ ਮੰਗਾਂ ਮਨਵਾਈਆਂ ਔਰ ਲੱਖਾਂ ਕਿਸਾਨ ਬਾਰਡਰਾਂ ਤੇ ਆ ਕੇ ਬਹਿ ਗਏ ਸੀ, ਸਰਕਾਰ ਨੂੰ ਝੁਕਣਾ ਪਿਆ। ਤੁਸੀਂ ਹੁਣ ਵੀ ਬੈਠੇ ਹੋ, ਬਾਰਡਰ ਕਈ ਘੇਰੇ ਹੋਏ ਆ, ਸਿੰਘੂ ਬਾਰਡਰ, ਟਿਕਰੀ ਬਾਰਡਰ, ਗਾਜ਼ੀਪੁਰ ਬਾਰਡਰ ਘੇਰ ਕੇ ਬੈਠੇ ਹੋ, ਪਰ ਵਜ੍ਹਾ ਕੀ ਆ? ਪ੍ਰੈਸ਼ਰ ਸਰਕਾਰ ਤੇ ਕ੍ਰੀਏਟ ਨਹੀਂ ਹੋ ਪਾ ਰਿਹਾ ਜਾਂ ਫਿਰ ਪ੍ਰੈਸ਼ਰ ਨੂੰ ਮੰਨ ਹੀ ਨਹੀਂ ਰਹੀ ਸਰਕਾਰ? ਦੇਖੋ, ਜਿਹੜੀ ਆਪਾਂ ਵਜ੍ਹਾ ਲੱਭਦੇ ਆ ਜਾਂ ਪਿਛਲੇ ਸੰਘਰਸ਼ ਦੇਖੀਦੇ ਆ, ਹਰ ਕੈਲਕੂਲੇਟ ਕਰਦੇ ਆ, ਜਾਂ ਵਰਲਡ 'ਚ ਜਿੱਥੇ ਵੀ ਕਿਸਾਨੀ ਸੰਘਰਸ਼ ਹੋਇਆ ਉਹਨੂੰ ਅਸੀਂ ਪੜ੍ਹਦੇ ਆ, ਸੁਣਦੇ ਆ, ਸਮਝਦੇ ਆ, ਵਿਚਾਰ ਕਰਦੇ ਆ, ਤਾਂ ਉਹਦੇ 'ਚ ਇਹੀ ਨਿਕਲ ਕੇ ਆ ਰਿਹਾ ਵੀ ਇਸ ਐਜੀਟੇਸ਼ਨ ਵੱਡੀ ਲੈਵਲ ਤੇ ਹੋਇਆ, ਵੱਡੀ ਗਿਣਤੀ 'ਚ ਵੀ ਹੋਇਆ, ਵੱਡੀ ਗਿਣਤੀ 'ਚ ਲੋਕੀ ਪੱਕੇ ਮਤਲਬ ਇਸ ਤਰ੍ਹਾਂ ਬੈਠ ਵੀ ਗਏ, ਆਪਣੇ ਆਪਣੇ ਕੱਚੇ ਮਕਾਨ ਬਣਾ ਕੇ ਬੈਠੇ ਵੀ ਆ, ਟਰਾਲੀਆਂ ਤੇ ਆਈ ਸੀ, ਟਰਾਲੀਆਂ ਕੰਮ 'ਚ ਜੇ ਮੁੜ ਵੀ ਗਈਆਂ ਤਾਂ ਉਹਦੇ ਨਾਲ ਮਕਾਨ ਬਣਾ ਕੇ ਬੈਠ ਕੇ, ਝੁੱਗੀਆਂ ਬਣਾ ਕੇ ਆਪਣੇ ਬੈਠ ਗਿਆ, ਤੇ ਸੁੱਖ ਸਾਧਨ ਜਿੰਨੇ ਦੀ ਲੋੜ ਆ, ਰਸੋਈ ਬਣਾ ਲਈ, ਆਪਣਾ ਬਣਾ ਕੇ ਬੈਠੇ ਆ, ਬਿਸਤਰੇ ਲੈ ਲਏ, ਪੱਖੇ ਲੈ ਲਏ, ਕੂਲਰ ਲੈ ਲਏ, ਵੀ ਬੈਠੇ ਆ। ਪਰ ਇਹ ਪ੍ਰੈਸ਼ਰ ਕਿਉਂ ਨਹੀਂ ਕ੍ਰੀਏਟ ਹੋ ਰਿਹਾ? ਕੁਐਸਚਨ ਇੱਥੇ ਕ੍ਰੀਏਟ ਹੋ ਰਿਹਾ। ਮੈਂ ਇਹ ਸਮਝਦਾ ਸਾਡੀ ਹਾਲੇ ਤੱਕ ਜਿੱਥੇ ਤੱਕ ਇਹ ਸਾਡੀ ਵਿਚਾਰ ਆਈ, ਸਾਹਮਣੇ ਆਈ, ਸਾਰੇ ਜਥੇਬੰਦੀਆਂ ਨਾਲ ਜੋ ਗੱਲ ਕਰੀਦੀ ਹੈ, ਤਾਂ ਇੱਕ ਡੈਮੋਕ੍ਰੇਸੀ ਕੰਟਰੀ ਦੇ ਵਿੱਚ ਤੁਸੀਂ ਇੱਕ ਪੋਲੀਟੀਕਲ ਪਾਰਟੀ ਰਾਜ ਕਰਦੀ ਹੈ, ਤਾਂ ਤੁਸੀਂ ਪੋਲੀਟੀਕਲ ਪਾਰਟੀ ਦੇ ਅਗੇਂਸਟ ਜਦੋਂ ਕੋਈ ਐਜੀਟੇਸ਼ਨ ਲੜਦੇ ਹੋ ਤਾਂ ਉਹਨਾਂ ਨੂੰ ਫਰਕ ਪੈਂਦਾ, ਉਹ ਗੱਲ ਸੁਣਦੇ ਨੇ, ਉਹਨਾਂ ਨੂੰ ਜਿੱਥੇ ਹੱਦ ਤੱਕ ਉਹਨਾਂ ਨੂੰ ਲੱਗਦਾ ਵੀ ਇਹ ਗੱਲ ਜਦੋਂ ਬਾਹਲੀ ਵੱਧਦੀ ਜਾਂਦੀ ਹੈ ਤਾਂ ਡੈਮੋਕ੍ਰੈਟਿਕ ਸਟੇਟ ਆ, ਵੀ ਕੱਲ ਨੂੰ ਅਸੀਂ ਵੋਟਾਂ ਲੈਣ ਜਾਣਾ ਤਾਂ ਅਸੀਂ ਇਹ ਗੱਲ ਇਹਨਾਂ ਦੀ ਮੰਨ ਲਈਏ। ਜਿਵੇਂ ਆਪਣੀ ਯੂਨੀਵਰਸਿਟੀ 'ਚ ਹੁੰਦਾ ਵੀ ਜੇ ਕਾਲੀ ਪੱਟੀ ਲਾ ਕੇ ਵੀ ਆਪਾਂ ਬੰਨ ਲਈਏ ਤਾਂ ਵੀਸੀ ਨੂੰ ਇਹ ਪਤਾ ਲੱਗ ਜਾਂਦਾ ਮੇਰੇ ਅਗੇਂਸਟ ਐਜੀਟੇਸ਼ਨ ਹੋ ਰਹੀ ਹੈ। ਜੇ ਆਪਾਂ ਆਪਣੀ ਕਲਾਸਾਂ ਲਾਉਂਦੇ ਵੀ ਹੋਈਏ, ਜੇ ਆਪਾਂ ਸਾਰੇ ਉਹ ਆਪਣਾ ਜੋ ਨਾਰਮਲ ਰੂਟੀਨ ਚੱਲਦੇ ਹੋਈਏ, ਸਿਰਫ ਕਾਲੀ ਪੱਟੀ ਸਵੇਰੇ ਲਾ ਲਿਆ ਕਰੀਏ, ਸ਼ਾਮ ਨੂੰ ਉਤਾਰ ਲਿਆ ਕਰੀਏ, ਤੇ ਇੱਕ ਵੀਸੀ ਨੂੰ ਪਤਾ ਲੱਗਦਾ ਵੀ ਸਾਡੇ ਸਟੂਡੈਂਟ ਸਾਡੇ ਅਗੇਂਸਟ ਐਜੀਟੇਸ਼ਨ ਲੜ ਰਿਹਾ, ਤਾਂ ਉਹ ਬੁਲਾ ਕੇ ਸਟੂਡੈਂਟ ਯੂਨੀਅਨ ਨੂੰ ਬੁਲਾ ਕੇ, ਸਟੂਡੈਂਟਸ ਨੂੰ ਬੁਲਾ ਕੇ ਤੇ ਪੁੱਛਦੇ ਆ ਵੀ ਕੀ ਗੱਲ ਆ, ਕੀ ਤੁਹਾਡੀ ਮੰਗਾਂ ਨੇ, ਕੀ ਤੁਹਾਡਾ ਹੱਲ ਆ, ਉਹ ਕਰਦੇ ਨੇ। ਇਦਾਂ ਹੀ ਡੈਮੋਕ੍ਰੇਸੀ ਦੇ ਵਿੱਚ ਸਿਆਸੀ ਪਾਰਟੀ ਹੁੰਦੀਆਂ ਨੇ, ਜੇ ਸਿਆਸੀ ਪਾਰਟੀ ਰਾਜ ਨੇ ਤਾਂ ਸਿਆਸੀ ਪਾਰਟੀ ਦਾ ਫਰਜ਼ ਬਣ ਜਾਂਦਾ ਵੀ ਸਾਡੀ ਪਾਰਟੀ ਜੇ ਰਾਜ ਦੇ ਵਿੱਚ ਹੈਗੀ ਹੈ ਤਾਂ ਅਸੀਂ ਵਿੱਚ ਵੜ ਕੇ ਇਹਨਾਂ ਦਾ ਵਿੱਚ ਬੈਠ ਕੇ ਇਹਨਾਂ ਦੀ ਗੱਲਬਾਤ ਕਰਾਈਏ ਤੇ ਸਮਝੌਤੇ ਤੇ ਲੈ ਕੇ ਆਈਏ। ਐਡੀ ਲੰਬੀ ਗੱਲ ਮੇਰਾ ਕਰਨ ਦਾ ਸਿਰਫ ਅਰਥ ਇਹ ਸੀ ਵੀ ਇਹ ਸਰਕਾਰ ਕਿਉਂ ਨਹੀਂ ਝੁਕ ਰਹੀ, ਸਰਕਾਰ ਐਡੇ ਵੱਡੇ ਐਜੀਟੇਸ਼ਨ ਮੂਹਰੇ ਵੀ ਕਿਉਂ ਨਹੀਂ ਝੁਕ ਰਹੀ, ਜਿਹੜੀ ਵਰਲਡ ਦੇ ਵਿੱਚ ਇੱਕ ਮੈਂ ਕਹਿੰਦਾ ਗਿਨੀਜ਼ ਬੁੱਕ ਆਫ ਰਿਕਾਰਡ ਦੇ ਵਿੱਚ ਰਿਕਾਰਡ ਹੋਣ ਵਾਲਾ ਐਜੀਟੇਸ਼ਨ ਬਣ ਚੁੱਕਿਆ ਵੀ ਸ਼ਾਂਤਮਈ ਅੰਦੋਲਨ ਲੜਿਆ ਜਾ ਰਿਹਾ। ਤੇ ਜਿਵੇਂ ਇਹਦੀਆਂ ਨਵੇਂ ਆਪਾਂ ਏਜੰਡੇ ਦੇ ਰਹੇ ਹਾਂ, ਅੱਜ ਇੱਕ ਪਾਰਲੀਮੈਂਟ ਸੈਸ਼ਨ ਦੇਖ ਲਓ, ਕਾਲੇ ਝੰਡੇ ਲਾ ਕੇ ਦੇਖ ਲਓ, ਸੜਕਾਂ ਸਾਈਡ ਤੇ ਖੜ ਕੇ ਦੇਖ ਲਓ, ਜਿੰਨੇ ਵੀ ਆਪਾਂ ਹੁਣ ਪ੍ਰੋਗਰਾਮ ਦੇ ਰਹੇ ਹਾਂ ਸਾਰੇ ਸ਼ਾਂਤਮਈ ਪ੍ਰੋਗਰਾਮ ਨੇ, ਤਾਂ ਵੀ ਨਹੀਂ ਝੁਕਦੀ, ਕਿਉਂਕਿ ਇਹ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੱਥ ਵਿਕ ਚੁੱਕੀ ਆ, ਉਹਨਾਂ ਨੇ ਬਣਾਈ ਆ, ਉਹ ਆਪਣੇ ਹਿਸਾਬ ਨਾਲ ਪ੍ਰੈਸ਼ਰਾਈਜ਼ ਕਰ ਰਹੇ ਨੇ, ਉਹਨਾਂ ਨੂੰ ਵੋਟਾਂ ਨਾਲ ਨਹੀਂ, ਉਹਨਾਂ ਨੂੰ ਸਿਰਫ ਆਪਣੇ ਧੰਦੇ ਨਾਲ, ਪੈਸੇ ਨਾਲ ਤੇ ਕਾਰੋਬਾਰ ਨਾਲ ਉਹਨਾਂ ਨੇ ਇਹਨਾਂ ਨੂੰ ਕੋਈ ਫੰਡ ਦਿੱਤਾ ਹੋ ਜਾਂ ਕਿਸੇ ਵੀ ਇੰਡਾਇਰੈਕਟ ਤਰੀਕੇ ਨਾਲ, ਮੈਂ ਕੋਈ ਵਰਡ ਨਹੀਂ ਕਹਿਣਾ ਚਾਹੁੰਦਾ, ਪਰ ਸਮਝ ਇੱਥੇ ਆ ਰਹੀ ਆ ਵੀ ਜਿਵੇਂ ਪਾਰਟੀ ਛੱਡ ਕੇ ਆਰਐਸਐਸ ਦੀ ਨਹੀਂ ਗੱਲ ਸੁਣ ਰਹੇ, ਆਰਐਸ ਦਾ ਕਿਸਾਨ ਵਿੰਗ ਸਾਡੇ ਹੱਕ 'ਚ ਬੋਲ ਪਿਆ, ਕਈ ਆਰਐਸਐਸ ਦੇ ਆਗੂ ਸਾਡੇ ਹੱਕ 'ਚ ਬੋਲ ਪਏ, ਕਈ ਬੀਜੇਪੀ ਦੇ ਆਗੂ ਸਾਡੇ ਹੱਕ 'ਚ ਬੋਲ ਪਏ, ਕਈਆਂ ਨੂੰ ਪੰਜਾਬ ਦੇ ਵਿੱਚ ਬੋਲੇ ਤਾਂ ਉਹਨੂੰ ਬਾਹਰ ਵੀ ਕੱਢਿਆ ਗਿਆ ਤੇ ਨੋਟਿਸ ਵੀ ਕਈਆਂ ਨੂੰ ਭੇਜੇ ਗਏ ਨੇ। ਪਰ ਨਾਲ ਦੀ ਨਾਲ ਇਹ ਨਾ ਝੁਕਣਾ ਤੇ ਇੱਕੋ ਵਰਡ ਤੇ ਕਹਿ ਦੇਣਾ ਵੀ ਕਾਨੂੰਨ ਰੱਦ ਨਹੀਂ ਹੋਣਗੇ, ਆ ਕੇ ਗੱਲਬਾਤ ਕਰ ਲਓ, ਇਹ ਜਿਹੜਾ ਵਰਡ ਹਰ 10 ਦਿਨਾਂ ਬਾਅਦ ਦੇਣਾ ਇੱਕ ਐਗਰੀਕਲਚਰ ਮੰਤਰੀ ਵੱਲੋਂ, ਇਹਦਾ ਸਾਬਤ ਕਰਦਾ ਵੀ ਵਰਲਡ 'ਚ ਪ੍ਰੈਸ਼ਰ ਹੈ ਉਹਦੇ ਤੇ, ਉਹਨੂੰ 10 ਦਿਨਾਂ ਬਾਅਦ ਸਾਡੇ ਤੇ ਬਿਆਨ ਦੇਣਾ ਪੈਂਦਾ, ਪਰ ਦਿੰਦਾ ਉਹੀ ਆ ਜੋ ਕਾਰਪੋਰੇਟ ਘਰਾਣੇ ਕਹਿੰਦੇ ਆ, ਉੱਥੇ ਅੜੀ ਤੇ ਦੇ ਦਿੰਦਾ ਵੀ ਅਸੀਂ ਗੱਲਬਾਤ ਲਈ ਤਿਆਰ ਆ। ਵੀ ਵਰਲਡ 'ਚ ਇਹ ਨਾ ਸੋਚਿਆ ਜਾਵੇ ਵੀ ਜਿਹੜੀ ਸ਼ਾਂਤਮਈ ਅੰਦੋਲਨ ਕਰ ਰਹੇ ਆ ਇਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ, ਹਰ 10 ਦਿਨਾਂ ਬਾਅਦ ਆਪਣਾ ਇੱਕ ਬਿਆਨ ਦੇਣਾ, ਉਹ ਮੈਨੂੰ ਐ ਟੈਕਟਿਕਸ ਲੱਗ ਰਿਹਾ ਵੀ ਵਰਲਡ ਪ੍ਰੈਸ਼ਰ ਜਾਂ ਨੇਸ਼ਨ ਪ੍ਰੈਸ਼ਰ, ਜਿਹੜਾ ਆਵਾਮ ਦਾ ਪ੍ਰੈਸ਼ਰ ਆ, ਉਹਦੇ ਪ੍ਰੈਸ਼ਰ ਥਰੀ ਉਹਨੂੰ ਬਿਆਨ ਦਿੰਦੇ ਨੇ, ਤੇ ਪਰ ਉਹ ਅਸਲੋਂ ਦਿਨੋਂ ਨੀਅਤ ਤੇ ਨੀਤੀ ਉਹਨਾਂ ਦੀ ਸਾਫ਼ ਨਹੀਂ ਹੈ। ਲੰਬਾ ਸਮਾਂ ਹੋ ਗਿਆ, ਮੀਟਿੰਗ ਵੀ ਨਹੀਂ ਹੋਈ, ਨਾ ਮੀਟਿੰਗ ਨਾ ਹੋਣ ਦੀ ਵਜ੍ਹਾ ਕੀ ਹੈ? ਬਿਲਕੁਲ ਮੀਟਿੰਗ ਨਾ ਹੋਣ ਦੀ ਜਗ੍ਹਾ ਜਿਹੜੀ ਰਾਜ ਹੱਟ ਆ ਉਹਨਾਂ ਦੀ, ਤਾਂ ਮੈਂ ਤਾਂ ਹੀ ਐਕਸਪਲੇਨ ਕਰ ਰਿਹਾ ਸੀ ਵੀ ਰਾਜ ਹੱਟ ਵੀ ਤਾਂ ਹੀ ਬਣੀ ਹੈ ਨਾ, ਜਿਹੜੇ ਮਗਰਲੇ ਜਿਨ੍ਹਾਂ ਦੇ ਹੱਥਾਂ 'ਚ ਤੁਸੀਂ ਖੇਡਦੇ ਹੋ, ਛੋਟੇ ਹੁੰਦੇ ਜਿਹੜੇ ਟਾਪੂ ਘੁਮਾਉਂਦੇ ਹੁੰਦੇ ਸੀ ਹੱਥਾਂ 'ਤੇ ਮਡਾਰੀ ਖਿਡਾਉਂਦਾ ਹੁੰਦਾ ਸੀਗਾ, ਕੋਈ ਹੋਰ ਮਦਾਰੀ ਹੈ, ਇਹ ਤਾਂ ਖੇਡਣ ਵਾਲੇ ਦਿਖ ਰਹੇ ਨੇ, ਆਪਾਂ ਨੂੰ ਵਿਜ਼ਨ ਹੀ ਆਪਣਾ ਨਹੀਂ ਜਾ ਰਿਹਾ ਵੀ ਹੁਣ ਮਦਾਰੀ ਤੇ ਵਿਜ਼ਨ ਕਰੀਏ ਜਾਂ ਜਿਹੜੇ ਮੂਰੇ ਖੇਡਦੇ ਆਪਣਾ ਖਿਡਾਉਣੇ ਦਿਖ ਰਿਹਾ ਵੀ ਉਹਨਾਂ ਦੇ ਵਿਜ਼ਨ ਕਰੀਏ। ਤਾਂ ਇਸ ਕਰਕੇ ਜਿਨ੍ਹਾਂ ਦੇ ਹੱਥੋਂ ਇਹ ਖੇਡ ਰਹੇ ਨੇ ਉਹਨਾਂ ਦੇ ਆਖੇ ਬਗੈਰ ਇਹ ਕਿ ਲੱਤ ਬਾਂਹ ਵੀ ਨਹੀਂ ਹਿਲਾਉਂਦੇ ਤੇ ਜਵਾਨ ਤਾਂ ਹਿਲਾਉਣੀ ਬਹੁਤ ਵੱਡੀ ਗੱਲ ਆ। ਅੱਗੇ ਨਜ਼ਰ ਕੀ ਆਉਂਦਾ ਹਰਮੀਤ ਕਾਦੀਆਂ ਹੋਣਾ ਨੂੰ? ਇਸੇ ਤਰ੍ਹਾਂ ਸੰਘਰਸ਼ ਕਿੰਨਾ ਕੁ ਲੰਮਾ ਹੋਰ ਚੱਲਣ ਦੀ ਲੱਗ ਰਹੀ ਹੈ ਉਮੀਦ, ਕਿਉਂਕਿ ਲੰਬਾ ਸਮਾਂ ਹੋ ਗਿਆ ਬੈਠਿਆਂ ਨੂੰ, 500 ਦੇ ਕਰੀਬ ਲੋਕ ਕਿਸਾਨ ਜਿਹੜੇ ਆ ਸ਼ਹੀਦ ਵੀ ਹੋਏ ਆ ਬਾਰਡਰਾਂ ਦੇ ਉੱਪਰ, ਹਾਲਾਤ ਲਗਾਤਾਰ ਵਿਗੜਦੇ ਹੋਏ ਨਜ਼ਰ ਆ ਰਹੇ ਸੀ, ਕਿਉਂਕਿ ਮੀਂਹ ਜਦੋਂ ਪੈਂਦਾ ਤਾਂ ਜਿਹੜੇ ਵਿਚਾਰੇ ਘਰਾਂ ਦੇ ਵਿੱਚ ਸਭ ਦੇ ਚੰਗੇ ਘਰ ਬਣੇ ਹੋਏ ਆ ਪਿੰਡਾਂ ਦੇ ਵਿੱਚ, ਪਰ ਉਹ ਫਿਰ ਵੀ ਇੱਥੇ ਆ ਕੇ ਤਰਪਾਲਾਂ ਥੱਲੇ ਰਹਿ ਰਹੇ ਆ, ਕੋਈ ਟਰਾਲੀਆਂ ਦੇ ਵਿੱਚ ਰਹਿ ਰਹੇ ਆ। ਦੇਖੋ, ਇੱਕ ਤਾਂ ਜਿਹੜੇ ਸਾਡੇ ਯੂਥ ਨੂੰ ਇਹ ਕਿਹਾ ਜਾਂਦਾ ਸੀ ਨਸ਼ੇੜੀ ਆ, ਉਹਨੇ ਇੱਥੇ ਆ ਕੇ ਜੋ ਬਾਰਡਰ ਤੋੜ ਕੇ ਇੱਥੇ ਪਹੁੰਚੇ, ਉਹਨੇ ਆਪ ਦਾ ਸਾਬਤ ਕਰਤਾ ਵੀ ਅਸੀਂ ਕਿਹੜੀ ਕੌਮ ਦੇ ਵਾਰਸਾਂ ਤੇ ਕਿੱਦਾਂ ਇੱਥੇ ਪਹੁੰਚੇ ਆ। ਉਸ ਤੋਂ ਬਾਅਦ ਉਹਨਾਂ ਦੀ ਸੇਵਾ ਭਾਵਨਾਵਾਂ, ਜਿਹੜਾ ਉਹਨਾਂ ਲੰਗਰ ਚਲਾਉਣ ਦੀ ਪ੍ਰਥਾ ਗੁਰੂ ਨਾਨਕ ਦੇਵ ਜੀ ਨੇ ਚਲਾਈ ਸੀ, ਉਹ ਤੇ ਅੱਜ ਤੱਕ ਉਹ ਯੂਥ ਤੇ ਸੇਵਾ ਕਰ ਰਿਹਾ।
ਇਹ ਜਿਹੜੀ ਲੈਂਗੁਏਜ ਇੱਕ ਡਿਵੈਲਪ ਨਵੀਂ ਹੋਈ ਆ, ਨਵਾਂ ਇੱਕ ਸੀਨ ਡਿਵੈਲਪ ਹੋਇਆ, ਜਿਵੇਂ ਤੁਸੀਂ ਕਹਿੰਦੇ ਕਿ ਲੰਬਾ ਕਿਵੇਂ ਹੋ ਗਿਆ। ਲੰਬਾ ਚੱਲਣ ਦਾ ਕਾਰਨ ਵੀ ਇਹੀ ਆ ਵੀ ਲੋਕਾਂ 'ਚ ਜਿਹੜਾ ਮਰੀ ਹੋਈ ਜ਼ਮੀਨਾਂ ਸੀਗੀਆਂ ਉਹ ਸਾਰੀਆਂ ਜਾਗ ਪਈਆਂ, ਜਿਨ੍ਹਾਂ ਦੀਆਂ ਵੀ ਜਾਗਦੀਆਂ ਜ਼ਮੀਨਾਂ ਸੀ ਉਹ ਸਾਰੇ ਇੱਥੇ ਪਹੁੰਚੇ ਤੇ ਆਪਦੀ ਉਹਨਾਂ ਨੇ ਇਹਦੇ ਵਿੱਚ ਸਹਿਯੋਗ ਦੇਣਾ, ਇੱਥੇ ਆਉਣਾ ਤੇ ਇਹਦੇ 'ਚ ਕੰਮ ਕਰਨਾ, ਆਪਦੇ ਆਪ ਨੂੰ ਵਡਭਾਗੀ ਸਮਝਿਆ ਵੀ ਅਸੀਂ ਇੱਥੇ ਇਸ ਅੰਦੋਲਨ ਦੇ ਵਿੱਚ ਆ। ਤੇ ਅੱਜ ਵੀ ਲੋਕਾਂ ਦੇ ਮਨਾਂ 'ਚ ਇਹ ਆ ਵੀ ਆਪਾਂ ਹਾਰ ਕੇ ਨਹੀਂ ਜਾਣਾ, ਆਪਾਂ ਜਿੱਤ ਕੇ ਜਾਣਾ। ਜਿੰਨੇ ਵੀ ਲੋਕ ਸਾਡੇ ਮਗਰ ਖੇਤੀ ਕਰਨ ਜਾਂਦੇ ਆ ਜਾਂ ਕਾਰੋਬਾਰ ਸੰਭਾਲ ਰਹੇ ਆ, ਜਦੋਂ ਵੀ ਉਹਨੂੰ ਟਾਈਮ ਮਿਲਦਾ ਉਹ ਇੱਥੇ ਆਉਂਦੇ ਨੇ, ਕਿਉਂਕਿ ਉਹਨਾਂ ਦਾ 24 ਘੰਟੇ ਦਿਮਾਗ ਇਸ ਅੰਦੋਲਨ 'ਚ ਆ ਵੀ ਇਹ ਅੰਦੋਲਨ ਕਿਸੇ ਹੱਥ 'ਚ ਹਾਰਨਾ ਨਹੀਂ ਚਾਹੀਦਾ। ਅਸੀਂ ਦਿਮਾਗ ਸੋਚਿਆ ਹੀ ਨਹੀਂ ਵੀ ਇੱਥੋਂ ਕਿਤੇ ਬਿਨਾਂ ਰਿਪੀਲ ਕਰਾਏ ਜਾਂ ਬਿਨਾਂ ਕੋਈ ਫੈਸਲਾ ਕੋਈ ਨਤੀਜੇ ਇੱਥੋਂ ਜਾਵਾਂਗੇ। ਇਹ ਆਪਾਂ ਜਿਹੜਾ ਬਾਰ-ਬਾਰ ਆਪਾਂ ਕਹਿੰਦੇ ਹੁੰਦੇ ਸੀਗੇ ਵੀ ਸ਼ਾਂਤਮਈ ਅੰਦੋਲਨ ਰੱਖਣਾ, ਉਹ ਇਹੀ ਰੀਜ਼ਨ ਸੀ ਵੀ ਜਦੋਂ ਵੀ ਵਾਇਲੈਂਟ ਹੋ ਜਾਾਂਗੇ ਇਹ ਅੰਦੋਲਨ ਨੂੰ ਖਤਮ ਕਰਨ ਨੂੰ ਸਰਕਾਰ ਨੂੰ ਥਾਂ ਮਿਲ ਜੂਗੀ। ਹੁਣ ਉਹਨਾਂ ਕੋਲ ਕੋਈ ਬਹਾਨਾ ਨਹੀਂ ਰਹਿੰਦਾ ਜੋ ਸ਼ਾਂਤਮਈ ਅੰਦੋਲਨ ਹੁੰਦਾ ਤੇ ਉਹਨਾਂ ਦੀ ਜੜ੍ਹਾਂ ਦੇ ਵਿੱਚ ਐ ਬੈਠਦਾ ਜਾ ਰਿਹਾ, ਜਿੱਥੇ ਕਿ ਉਹਨਾਂ ਦੀ ਜੜ੍ਹਾਂ ਜਿੰਨੀ ਦੇਰ ਬੈਠ ਜਾਾਂਗੇ ਉਨਾ ਹੀ ਸਰਕਾਰ ਦੀ ਜਿਹੜਾ ਇਹ ਬਾਹਰ ਪੁੱਟ ਦਾਂਗੇ। ਤੇ ਆਉਂਦੇ ਸਮੇਂ ਦੇ ਵਿੱਚ ਸ਼ਾਂਤਮਈ ਅੰਦੋਲਨ ਦਾ ਐਗਜ਼ਾਮਪਲ ਸੈੱਟ ਕਰਾਂਗੇ ਵੀ ਇਹਦੇ ਨਾਲ ਇੱਕ ਬਹੁਤ ਪ੍ਰੋਪਰ ਜਿੱਤ ਹੁੰਦੀ ਆ ਤੇ ਜਿਹੜਾ ਹੰਕਾਰੀ ਰਾਜਾ ਹੁੰਦਾ ਉਹਦੀ ਹਾਰ ਹੁੰਦੀ ਆ। ਹਰਮੀਤ ਕਾਦੀਆਂ ਹੁਣਾਂ ਦੀ ਹੁਣ ਥੋੜਾ ਜਿਹਾ ਨਿੱਜੀ ਜ਼ਿੰਦਗੀ ਬਾਰੇ ਗੱਲਬਾਤ ਕਰਾਂਗੇ। ਕਾਦੀਆਂ ਹੁਣੀ ਕੀ ਸੋਚਦੇ ਨੇ ਪਰਸਨਲ ਤੌਰ ਤੇ ਸੰਘਰਸ਼ ਨੂੰ ਲੈ ਕੇ, ਕੀ ਆਉਂਦੇ ਵਿਚਾਰ ਇਸ ਸੰਘਰਸ਼ ਨੂੰ ਲੈ ਕੇ ਕਿ ਕਦੋਂ ਵਾਪਸੀ ਹੋਏਗੀ, ਕਦੋਂ ਰੱਦ ਹੋਣਗੇ? ਹੋਰ ਵੀ ਕੰਮਕਾਜ ਬਹੁਤ ਹੁੰਦੇ ਆ ਬੰਦੇ ਦੇ। ਦੇਖੋ ਕੰਮਕਾਜ ਤਾਂ ਹੈ, ਕੰਮਕਾਰ ਤਾਂ ਛੱਡ ਕੇ ਆਏ ਆ, ਖੇਤੀਬਾੜੀ ਦਾ ਕਾਰੋਬਾਰ ਕਰਦੇ ਆ। ਉਹ ਫਸਲੀਆਂ ਵੇਲੇ 17 ਅਪ੍ਰੈਲ ਨੂੰ ਗਏ ਸੀ, ਫਸਲ ਵੱਢੀਆਂ, ਉਸ ਤੋਂ ਬਾਅਦ ਸੰਭਾਲ ਕੇ ਆਏ, ਫਿਰ ਝੋਨਾ ਲਾਉਣ ਗਏ ਤੇ ਪਰ ਜ਼ਿਆਦਾ ਦੇਰ ਨਹੀਂ ਰਹਿ ਹੋਇਆ ਕਿਉਂਕਿ ਇੱਥੇ ਜਥੇਬੰਦੀ ਦਾ ਕੰਮ ਜ਼ਿਆਦਾ ਸੀਗਾ ਤੇ ਮੁੜ ਕੇ ਆਏ ਆ। ਦਿਮਾਗ ਉੱਥੇ ਰਹਿੰਦਾ, ਸਵੇਰੇ ਸ਼ਾਮ ਜਿੰਨਾ ਕੁ ਫੋਨ ਤੇ ਘਰ ਪੁੱਛ ਸਕਦੇ ਆ ਉਹਨਾਂ ਕੁ ਗੱਲਬਾਤ ਪੁੱਛ ਲੈਂਦੇ ਆ। ਕੰਮ ਖੜੇ ਆ ਸਾਡੇ ਸਾਰੇ, ਜਿਹੜੇ ਵੀ ਸਾਲ 'ਚ ਕਿਸੇ ਨੇ ਹਰੇਕ ਨੇ ਕੋਈ ਕਾਰਜ ਵਿਹਾਰ ਕਰਨੇ ਹੁੰਦੇ ਆ ਜਾਂ ਕੋਈ ਵੀ ਕੰਮ ਸ਼ੁਰੂ ਕਰਨਾ ਹੁੰਦਾ ਤੇ ਉਹ ਜਾਂ ਨਿਪਟੇ ਚਾੜਨਾ ਹੁੰਦਾ, ਉਹ ਸਾਰੇ ਵਿੱਚ ਵਿਚਾਲੇ ਨੇ ਉਹ ਰਹਿੰਦੇ ਆ। ਪਰ ਇਹ ਸਾਡੇ ਸਾਥੀ ਬੈਠੇ ਹੁੰਦੇ ਆ, ਉਹ ਹੱਸਦੇ ਇਹ ਗੱਲ ਕਹਿੰਦੇ ਹੁੰਦੇ ਆ, ਕਹਿੰਦਾ ਵੀ ਝੋਨਾ ਤਾਂ ਅਗਲੇ ਸਾਲ ਵੀ ਆ ਜਾਊਗਾ ਪਰ ਅੰਦੋਲਨ ਨਹੀਂ ਆਉਣਾ। ਤੇ ਇਸ ਕਰਕੇ ਅੰਦੋਲਨ ਨੂੰ ਮੁੱਖ ਰੱਖੀਏ ਕਿਉਂਕਿ ਇਹ ਇੱਕ ਐਗਜ਼ਾਮਪਲ ਹੋਊਗੀ ਵੀ ਆਪਣੇ ਕਿੰਨੇ ਹੀ ਝੋਨੇ ਵੱਢ ਲਏ, ਕਿੰਨੀਆਂ ਕਣਕਾਂ ਵੱਢ ਲੀਆਂ, ਪਰ ਅੰਦੋਲਨ ਨੂੰ ਇੱਥੇ ਰਾਈਪ ਤੇ ਲੈ ਕੇ ਜਾਣਾ, ਇਹਨੂੰ ਰਾਈਪਿੰਗ ਸਟੇਜ ਤੇ ਲੈ ਕੇ ਜਾਣਾ, ਉਹ ਜਦੋਂ ਇੱਕ ਸੀ ਮੋਢਿਆਂ ਦੇ ਭਾਰ ਪੈ ਹੀ ਗਿਆ ਤੇ ਉਹਨੂੰ ਸਹੀ ਤਰ੍ਹਾਂ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਆ ਵੀ ਆਪਣੇ ਸੱਚੇ ਸੁਚੱਜੇ ਤਰੀਕੇ ਨਾਲ, ਇਮਾਨਦਾਰੀ ਤਰੀਕੇ ਨਾਲ ਕਿਸਾਨਾਂ ਦੇ ਹੱਕ ਇੱਥੇ ਰੱਖੀਏ। ਜਿਹੜੀ ਗੱਲ ਲੈ ਕੇ ਆਏ ਆ, ਅੱਜ ਖੜੇ ਆ ਤਾਂ ਹੀ ਅੜੇ ਆ। ਜੇ ਉਹ ਗੱਲ ਖੜਨ ਵਾਲੀ ਸੀਗੀ, ਗੱਲ ਕਰਨ ਵਾਲੀ ਸੀਗੀ, ਜਿੱਥੋਂ ਇਹ ਕਹਿੰਦੇ ਸੀ ਅਨਪੜ੍ਹ ਆ ਕਿਸਾਨ, ਅਸੀਂ ਉਹ ਅੱਜ ਹਰ ਤਰ੍ਹਾਂ ਦੇ ਐਜੀਟੇਸ਼ਨ ਕਰਕੇ ਉਹਨਾਂ ਨੂੰ ਕਲੀਅਰ ਕਰ ਚੁੱਕੇ ਆ ਵੀ ਇਹ ਅਸੀਂ ਆਪਣੀ ਰਾਈਟ ਟਰੈਕ ਦੇ ਉੱਤੇ ਆ। ਤੇ ਕੰਮ ਛੱਡਣਾ ਘਰ ਦਾ ਔਖਾ ਹੁੰਦਾ, ਪਰ ਜੇ ਕੁਝ ਦੇਸ਼ ਵਾਸਤੇ ਕਰਨਾ ਤੇ ਉਹ ਸਾਰਿਆਂ ਨੇ ਕੀਤਾ ਜਿਨ੍ਹਾਂ ਨੇ ਵੀ ਦੇਸ਼ ਆਪਾਂ ਬਣਾਉਣਾ। ਮੈਂ ਕਹਿੰਦਾ ਵੀ ਆਪਾਂ ਨੂੰ ਹੁਣ ਆਉਂਦੇ ਸਮੇਂ ਦੇ ਵਿੱਚ ਪੰਜਾਬ ਵਾਸਤੇ, ਮੈਂ ਸਪੈਸ਼ਲੀ ਪੰਜਾਬੀ ਹੋਣ ਨਾਤੇ, ਇੱਕ ਖੇਤੀਬਾੜੀ ਨਾਲ ਜੁੜੇ ਹੋਣ ਨਾਤੇ, ਇਸ ਧੰਦੇ ਦੇ ਵਿੱਚ ਸਾਡੇ ਬੱਚੇ ਬਾਹਰ ਜਾ ਰਹੇ ਨੇ, ਉਹਨਾਂ ਦੇ ਜਿਹੜੀ ਬਾਹਰ ਜਾਣ ਦਾ ਟ੍ਰੈਂਡ ਇੰਨਾ ਜ਼ਿਆਦਾ ਸੀ, ਇੱਥੇ ਨਾਮ ਜ਼ਮੀਨਾਂ ਘਟ ਗਈਆਂ, ਡਿਵਾਈਡ ਹੋ ਜਾਂਦੀ ਹੈ ਸਾਡੀਆਂ ਅੱਗੇ ਪਰਿਵਾਰਾਂ 'ਚ, 3-4 ਪੁਸ਼ਤਾਂ ਵਾਰ ਜ਼ਮੀਨ ਅੱਧ ਦੀ ਅੱਧ ਤੇ ਚੌਥੇ ਹਿੱਸੇ ਦੀ ਰਹਿਣ ਦੀ 8ਵੇਂ-9ਵੇਂ ਹਿੱਸੇ 'ਚ ਪਹੁੰਚ ਜਾਂਦੀ ਹੈ। ਤਾਂ ਉਹ ਇੱਕ ਕਾਰੋਬਾਰ ਦਾ ਧੰਦਾ ਸਾਡਾ ਮੁੱਕਦਾ ਜਾ ਰਿਹਾ। ਉਹਦੇ ਨਾਲ ਸਾਨੂੰ ਕੋਈ ਨੌਕਰੀਆਂ, ਜੌਬਸ ਜਿਹੜੀ ਸਾਡੇ ਫੌਜ 'ਚ ਮੁੰਡੇ ਨਹੀਂ ਹੁਣ ਲੈ ਰਹੇ 19% ਨਾਲ, ਸਾਡੇ ਪੁਲਿਸ ਨਹੀਂ ਲਿੱਤੇ ਜਾ ਰਹੇ, ਐਜੂਕੇਸ਼ਨ ਸਾਡਾ ਉਹਦਾ ਲੈਵਲ ਨਹੀਂ ਹੈਗਾ, ਤਾਂ ਉਹ ਇੱਕ ਡਿਵੈਲਪ ਕਰਨਾ ਚਾਹੀਦਾ ਵੀ ਉਧਰ ਨੂੰ ਲੋਕ ਜਾ ਸਕਣ। ਜੇ ਇਹ ਆਪਾਂ ਇਮਾਨਦਾਰੀ ਨਾਲ ਅੱਜ ਇੰਨੇ ਕੁ 3 ਕਾਨੂੰਨ ਨਾਲ ਰਿਪੀਲ ਕਰਾ ਸਕੇ ਤੇ ਆਉਂਦੇ ਪੰਜਾਬ ਨੂੰ ਆਪਾਂ ਕਿੱਥੋਂ ਬਚਾ ਲਾਂਗੇ। ਇਹ ਚੀਜ਼ਾਂ ਆਉਂਦੀਆਂ ਦਿਮਾਗ ਦੇ ਵਿੱਚ ਵੀ ਪਤਾ ਨਹੀਂ ਹੋਣਾ ਕੀ ਆਉਣ ਵਾਲੇ ਦਿਨਾਂ ਦੇ ਵਿੱਚ, ਜਾਂ ਕਦੇ ਹਰਮੀਤ ਕਾਦੀਆਂ ਮਾਯੂਸ ਹੋਏ ਅੰਦੋਲਨ ਨੂੰ ਲੈ ਕੇ? ਦੇਖੋ ਕਦੀ ਵੀ ਅੱਜ ਤੱਕ ਮਾਯੂਸ ਨਹੀਂ ਹੋਇਆ। ਇਸ ਅੰਦੋਲਨ ਦੀ ਇੱਕੋ ਇੱਕ ਮੈਂ ਕਹਿੰਦਾ ਵੀ ਸਫਲਤਾ, ਬੜੀ ਵਾਰ ਜ਼ਿੰਦਗੀ 'ਚ ਮਾਯੂਸ ਹੋ ਜਾਂਦੇ ਸੀਗੇ ਆਪਾਂ, ਤਾਂ ਨਿੱਕੀ ਜੀ ਗੱਲ 'ਚ ਹੀ ਘਰ 'ਚ ਮਾਯੂਸ ਹੋ ਜਾਂਦਾ, ਕੋਈ ਗੱਲ ਵੱਧ ਕੇ ਛੋਟੀ ਹੋ ਗਈ, ਪਰ ਇਸ ਅੰਦੋਲਨ ਨੇ ਇੰਨੀ ਚੜ੍ਹਦੀ ਕਲਾ ਦਿੱਤੀ ਹੋਈ ਆ। ਕਦੀ ਵੀ ਤੁਸੀਂ ਵਾਹਿਗੁਰੂ ਦੀ ਕਿਰਪਾ ਨਾਲ ਮੇਰੇ ਨਾਲ ਜਦੋਂ ਵੀ ਤੁਸੀਂ ਅੱਗੇ ਵੀ ਮੈਨੂੰ ਮਿਲਿਆ, ਕਦੀ ਵੀ ਨਹੀਂ ਐ ਸੋਚਿਆ ਵੀ ਇਸ ਅੰਦੋਲਨ 'ਚ ਆਪਾਂ ਨਹੀਂ ਕੁਝ ਖੱਟਿਆ। ਜੇ ਕੋਈ ਕਹਿੰਦਾ ਵੀ ਇੱਥੇ ਤੁਹਾਨੂੰ ਕਿਸੇ ਵੇਲੇ ਤੁਸੀਂ ਕੁਐਸਚਨ ਕਰਦੇ ਹੋ, ਅੱਜ ਸ਼ਾਇਦ ਨਹੀਂ ਕਰੋਗੇ ਕਿਉਂਕਿ ਵਾਰੀ ਮੈਂ ਤੁਹਾਨੂੰ ਕਹਿਤਾ ਵੀ ਕਦੇ ਐਮਐਲਏ ਬਣਨਾ, ਟਿਕਟ ਖੜਨਾ, ਟਿਕਟਾਂ ਦੀ 22 ਦੀ ਇਲੈਕਸ਼ਨ ਕਰਨੇ ਆ, ਸਾਡੇ ਵਾਸਤੇ ਬਹੁਤ ਛੋਟੀ ਚੀਜ਼ ਰਹਿ ਚੁੱਕੀ ਹੈ। ਸਾਡੇ ਵਾਸਤੇ ਇਸ ਅੰਦੋਲਨ ਦੀਆਂ ਯਾਦਾਂ, ਇਹਦੀ ਫੋਟੋਆਂ ਉਹ ਜ਼ਿਆਦਾ ਮਹਾਨ ਹੋਣਗੀਆਂ। ਸਾਡੇ ਡਰਾਈਵ ਰੂਮ 'ਚ ਆਹ ਅੰਦੋਲਨ ਸੀ ਜਿਹੜਾ ਅਸੀਂ ਲੜਿਆ ਸੀ, ਉਹ 19 ਕੁ ਸਫਲਤਾ ਕਰ ਚੁੱਕੇ ਆ, ਤਾਂ ਹੀ ਇਹਨੂੰ ਜਿੱਤਣ ਨੂੰ ਸਾਡੀ ਲਾਮ ਆ ਵੀ ਕਦੋਂ ਜਿੱਤੀਏ ਤੇ ਕਦੋਂ ਅਸੀਂ ਕਹਿ ਸਕੀਏ ਵੀ ਅਸੀਂ ਸਫਲ ਹੋ ਚੁੱਕੇ ਆ। ਤੇ ਮੇਰੇ ਖਿਆਲ ਨਾਲ ਹਰ ਜਥੇਬੰਦੀ ਦੇ ਜਿਹੜਾ ਵੀ ਇੱਥੇ ਲੀਡ ਕਰ ਰਿਹਾ, ਹਰੇਕ ਦੀ ਤਮੰਨਾ ਇਹੀ ਆ ਵੀ ਇਹ ਅੰਦੋਲਨ ਨੂੰ ਆਪਾਂ ਜਿੱਤ ਕੇ ਜਾਈਏ ਤੇ ਆਪਾਂ ਇੱਕ ਮਾਈਲਸਟੋਨ ਖੜਾ ਕਰ ਚਾਂਗੇ ਲੋਕਾਂ ਵਾਸਤੇ ਵੀ ਆ ਇੱਕ ਸ਼ਾਂਤਮਈ ਤਰੀਕੇ ਨਾਲ ਜਿਹੜੇ ਸਾਡੇ ਵਿਚਾਰੇ ਮੁੰਡੇ ਸਾਡੇ ਨਾਲ ਆਏ, ਕਈਆਂ ਦਾ ਸਾਡਾ ਸਾਥ ਛੱਡਤਾ ਕਿਉਂਕਿ ਉਹ ਕਹਿੰਦੇ ਵੀ ਤੁਸੀਂ ਬੈਠੇ ਹੀ ਹੋ, ਬੈਠ ਕੇ ਅੰਦੋਲਨ ਨਹੀਂ ਲੜਿਆ ਜਾਣਾ, ਆਪਾਂ ਲੜੀਏ। ਕੁਝ ਹੋਰ ਗਰਮ ਖਿਆਲੀ ਸੀ ਜਾਂ ਕੋਈ ਕਿਵੇਂ ਵੀ ਸੀ, ਪਰ ਉਹ ਦੇਸ਼ ਆਪਣੇ ਪੰਜਾਬ ਲਈ ਵਧੀਆ ਸੀ, ਉਹ ਖੇਤੀ ਲਈ ਮੁੰਡਿਆਂ ਦਾ ਸੋਚ ਮਾੜੀ ਨਹੀਂ ਸੀ, ਪਰ ਉਹ ਉਸ ਨੂੰ ਵੀ ਆਪਾਂ ਐਗਜ਼ਾਮਪਲ ਕ੍ਰੀਏਟ ਕਰਨਾ ਵੀ ਇਹ ਸ਼ਾਂਤਮਈ ਤਰੀਕੇ ਨਾਲ ਵੀ ਅੰਦੋਲਨ ਲੜਿਆ ਜਾ ਸਕਦਾ। ਹੁਣ
ਚਿੱਠੀ ਲਿਖੋਗੇ ਕੋਈ ਅੱਗੇ ਕੋਈ ਗੱਲਬਾਤ ਸਰਕਾਰ ਦੇ ਨਾਲ ਹੋਣ ਵਾਸਤੇ ਕਿ ਮੀਟਿੰਗ ਕੋਈ ਹੋ ਜਾਵੇ, ਕਿਉਂਕਿ ਮਸਲਾ ਤਾਂ ਹੱਲ ਮੀਟਿੰਗਾਂ ਦੇ ਵਿੱਚ ਹੀ ਹੋਣਾ, ਕੋਈ ਨਾ ਕੋਈ ਮੀਟਿੰਗ ਹੋਊਗੀ, ਉਸ ਤੋਂ ਬਾਅਦ ਹੀ ਹੱਲ ਨਿਕਲਦਾ ਨਜ਼ਰ ਆਊਗਾ, ਕਿਉਂਕਿ 11-12 ਜਿੱਦਾਂ ਮੀਟਿੰਗਾਂ ਦਾ ਪਹਿਲਾਂ ਮੈਂ ਜ਼ਿਕਰ ਕੀਤਾ ਕਿ 11-12 ਮੀਟਿੰਗਾਂ ਹੋਈਆਂ, ਮੀਟਿੰਗਾਂ ਦੇ ਵਿੱਚ ਕੋਈ ਹੱਲ ਨਿਕਲਦਾ ਨਜ਼ਰ ਆਇਆ ਨਹੀਂ। ਦੇਖੋ ਪੰਜਾਬੀ 'ਚ ਇੱਕ ਅੱਖਰ ਹੁੰਦਾ ਬਹੁਤ ਵਧੀਆ, ਆਮ ਸਮਝ ਆ ਜਾਏ, ਠਿੱਠ ਕਰਨਾ, ਵੀ ਫਲਾਣੇ ਨੂੰ ਠਿੱਠ ਕਰਤਾ। ਮੋਦੀ ਸਰਕਾਰ ਬੀਜੇਪੀ ਸਰਕਾਰ ਨੂੰ ਚੰਗੀ ਤਰ੍ਹਾਂ ਠਿੱਠ ਕਰ ਰਹੇ ਆ ਵੀ ਜਿੱਥੇ ਮਰਜ਼ੀ ਭੱਜ ਲਾ। ਜਿੱਥੇ ਤੁਸੀਂ ਕਹਿੰਦੇ ਅਨਪੜ੍ਹ ਅਸੀਂ ਤੁਹਾਨੂੰ ਟੇਬਲ ਟਾਕ ਤੇ ਹਰਾਤਾ, ਟੇਬਲ ਟਾਕ ਤੇ ਉਹਨਾਂ ਨੂੰ ਨਾਮ ਬੁਲਾਉਣਾ ਇਹੀ ਤਾਤਾ ਵੀ ਉਹਨਾਂ ਕੋਲ ਕੋਈ ਗੱਲ ਹੀ ਹੈ ਨਹੀਂ ਕਹਿਣ ਨੂੰ। ਨਾਨ ਕਨਸਟੀਟਿਊਸ਼ਨਲ ਲਾਅ ਬਣਾਤੇ, ਜਿਹੜੀ ਸਟੇਟ ਬਣਾ ਸਕਦੀ ਹੈ ਸਟੇਟ ਅਫੇਅਰ ਸੀ ਉਹ ਲਾਅ ਬਣਾਤੇ ਉਹਨਾਂ ਨੇ। ਉਹ ਲਾਅ ਬਣਾਉਣ ਤੋਂ ਬਾਅਦ ਉਹ ਹੁਣ ਉੱਤੇ ਖੜੇ ਨੇ ਤੇ ਜਿੱਥੇ ਕਿ ਉਹ ਮਤਲਬ ਹਰ ਪੁਆਇੰਟ ਦੇ ਉੱਤੇ ਉਹ ਆਪਣੀ ਹਾਰ ਮੰਨ ਚੁੱਕੇ ਨੇ। ਤੇ ਦੁਬਾਰਾ 22 ਤਰੀਕ ਤੋਂ ਲੈ ਕੇ ਅੱਜ 26 ਹੋ ਗਈ, 6 ਮਹੀਨੇ ਹੋ ਗਏ ਇੱਕ ਅੰਦੋਲਨ ਚੱਲਦਾ ਹੋਵੇ, ਉਹਨਾਂ ਦੀ ਆਵਾਮ ਸੜਕਾਂ ਤੇ ਹੋਵੇ, ਠੰਡ 'ਚ ਮਰਦੀ ਹੋਵੇ, ਉਸ ਤੋਂ ਬਾਅਦ ਗਰਮੀ, ਉਸ ਤੋਂ ਬਾਅਦ ਬਰਸਾਤ, ਹਰ ਤਰੀਕੇ ਦੇ ਮੌਸਮ 'ਚ ਬੈਠੀ ਆ ਤੇ ਕੁਝ ਵੀ ਐਕਸ਼ਨ ਨਹੀਂ ਲੈ ਰਹੇ, ਕੋਈ ਗੱਲ ਨਹੀਂ ਕਰ ਰਹੇ, ਤਾਂ ਵੀ ਨਾ ਬੁਲਾਉਣਾ ਇਹ ਸਰਕਾਰ ਨੂੰ ਬਹੁਤ ਜ਼ਿਆਦਾ ਮਹਿੰਗਾ ਪਊਗਾ। ਕਿਉਂਕਿ ਇਹ ਇੱਕ ਬੀਜੇਪੀ ਦੇ ਤੌਰ ਤੇ, ਜੇ ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਐਗਜ਼ਾਮਪਲ ਦੱਸਦਾ ਵੀ ਕਿਉਂ ਨਹੀਂ ਅਸੀਂ ਹਾਰਦੇ ਪਏ, ਸਾਡਾ ਮਨ ਕਿਉਂ ਨਹੀਂ ਹਾਰਦਾ। ਜਿਹੜੇ ਸਾਡੇ ਵੀਰ ਸੀ ਬੀਜੇਪੀ ਦੇ ਪੰਜਾਬ 'ਚ, ਸਾਡੇ ਭਾਈਚਾਰਕ ਸਾਂਝ ਹੁੰਦੀ ਹੈ, ਦੁਕਾਨਦਾਰ ਵੀਰ ਸਾਡੇ ਲੈਣੇ ਰਹਿੰਦੇ ਆ, ਉਹ ਸਾਨੂੰ ਕਹਿੰਦੇ ਸੀ ਤੁਹਾਡਾ ਲਾਅ ਠੀਕ ਨਹੀਂ, ਤੁਸੀਂ ਗਲਤ ਲੜਾਈ ਲੜ ਰਹੇ ਹੋ। ਤੇ ਹੁਣ ਕਿਤੇ ਪਿੱਛੇ ਜੇ ਪਿੰਡ ਗਿਆ ਤੇ ਉਹ ਮੈਨੂੰ ਬੁਲਾ ਕੇ ਕਹਿੰਦਾ ਵੀ ਲਾਅ ਬਿਲਕੁਲ ਗਲਤ ਵੀ ਹੋਣ ਪਰ ਸਰਕਾਰ ਨੂੰ ਮੰਨ ਲੈਣਾ ਚਾਹੀਦਾ, ਐਜੀਟੇਸ਼ਨ ਬਹੁਤ ਲੰਬੀ ਹੋ ਗਈ। ਮਤਲਬ ਜਿਹੜੇ ਲੋਕ ਬੀਜੇਪੀ ਦੇ ਪੱਕੇ ਸੀਗੇ, ਇਹਨਾਂ ਦੇ ਕਾਰਜਕਰਤਾ ਸੀਗੇ, ਉਹ ਵੀ ਮੰਨਣ ਲੱਗ ਗਏ ਵੀ ਇੰਨੀ ਜਿੱਦ ਨਹੀਂ ਹੁੰਦੀ ਜਿੰਨਾ ਕਿ ਤੁਸੀਂ ਐਜੀਟੇਸ਼ਨ ਲੰਬਾ ਲੈ ਕੇ, ਇੰਨਾ ਕੋਈ ਐਜੀਟੇਸ਼ਨ ਲੰਬਾ ਨਹੀਂ ਲੈ ਕੇ ਜਾ ਸਕਦਾ। ਜੇ ਤੁਸੀਂ ਸੱਚੇ ਸੀ ਤਾਂ ਤੁਸੀਂ ਬੈਠੇ ਹੋ, ਤਾਂ ਇੰਨਾ ਲੰਬਾ ਲੈ ਕੇ ਜਾ ਰਹੇ ਹੋ। ਸਰਕਾਰਾਂ ਦੀ ਗਲਤੀ ਆ ਵੀ ਐਜੀਟੇਸ਼ਨ ਨੂੰ ਅੱਗੇ ਲੈ ਕੇ ਜਾ ਰਹੇ ਨੇ। ਇਹ ਆਉਣ ਵਾਲਾ ਸਮਾਂ, ਇਤਿਹਾਸ, ਪੱਤਰਕਾਰ ਤੁਸੀਂ ਚੌਥਾ ਪਿਲਰ ਹੋ ਡੈਮੋਕ੍ਰੇਸੀ ਦਾ, ਇਹ ਜ਼ਰੂਰ ਜਾਂਚ ਹੋਊਗੀ ਵੀ ਅੰਦੋਲਨ ਨੂੰ ਐਡਾ ਲੰਬਾ ਕਿਉਂ ਖਿੱਚਿਆ ਗਿਆ। ਜੇ ਸਰਕਾਰ ਦੀ ਬਦਨੀਤੀ ਸੀ ਤਾਂ ਹੀ ਖਿੱਚਿਆ ਗਿਆ। ਮੀਟਿੰਗ ਦੇ ਨਾਮ ਲਾਉਣਾ, ਗੱਲਬਾਤ ਨਾ ਕਰਨੀ, ਇਹ ਸਰਕਾਰ ਦੇ ਆਪਣੇ ਜਿਹੜੇ ਟੈਕਟਿਕਸ ਸੀਗੇ ਉਹ ਸਾਰੇ ਫੇਲ ਹੋਏ ਆ। ਇਹਨਾਂ ਦਾ ਖੁਫੀਆ ਤੰਤਰ ਫੇਲ ਹੋਇਆ। ਇਹਨਾਂ ਨੂੰ ਐਸੀ ਕੋਈ ਸਿਆਸੀ ਪਾਰਟੀ ਬੈਠੀ ਆ, ਕੁਝ ਦੇਰ ਬਾਅਦ ਉੱਠ ਜਾਣਗੇ, ਅਗਲੀ ਫਸਲ ਆ ਜੂਗੀ ਤਾਂ ਉੱਠ ਜਾਣਗੇ। ਹੁਣ ਤਾਂ ਫਸਲਾਂ ਵੀ 2 ਵੱਢ ਲਈਆਂ, ਝੋਨਾ ਵੀ ਵੱਢ ਕੇ ਅਸੀਂ ਕਣਕ ਬੀਜ ਕੇ ਆਏ ਸੀ, ਮੁੜ ਕੇ ਕਣਕ ਵੱਢ ਲਈ, ਹੁਣ ਝੋਨਾ ਵੀ ਲਾ ਲਿਆ। ਇਹ ਤਾਂ ਅਸੀਂ ਅੰਦੋਲਨ ਪੱਕੇ ਤੌਰ ਤੇ ਬੈਠੇ ਆ, ਜਦ ਤੱਕ ਸਾਡੀ ਸੁਣਵਾਈ ਨਹੀਂ ਹੁੰਦੀ। ਵਰਲਡ ਨੂੰ ਦੱਸ ਦਾਂਗੇ ਵੀ ਸ਼ਾਂਤਮਈ ਤਰੀਕੇ ਨਾਲ ਬੈਠੇ ਰਹਾਂਗੇ, ਕਦੀ ਸਬਰ ਦਾ ਪਿਆਲਾ ਨਹੀਂ ਸਾਡਾ ਭਰੂਗਾ। ਕੱਲ ਪਰਸੋਂ ਜਿਹੜੇ ਪ੍ਰੋਵੋਕ ਕਰਦੇ ਆ ਲੀਡਰ ਇਹਨਾਂ ਦੇ, ਸਾਡੇ ਪੰਜਾਬ ਦੇ ਵਿੱਚ ਸਪੈਸ਼ਲੀ ਜਿਹੜੀ ਪ੍ਰੋਵੋਕਿੰਗ ਲੈਂਗੁਏਜ ਵਰਤਦੇ ਨੇ, ਉਹਨਾਂ ਨੂੰ ਜ਼ਰੂਰ ਤੁਹਾਡੇ ਮਾਧਿਅਮ ਤੁਹਾਨੂੰ ਕਹਿਣਾ ਵੀ ਆਪਣੀ ਲੈਂਗੁਏਜ ਠੀਕ ਰੱਖੋ, ਪ੍ਰੋਵੋਕਿੰਗ ਨਾ ਵਰਤੋ। ਤੁਹਾਡੇ ਨਾਲ ਨਾਰਾਜ਼ ਹੋ ਸਕਦੇ ਆ, ਤੁਹਾਡੇ ਨਾਲ ਨਾ ਸਹਿਮਤ ਹੋ ਸਕਦੇ ਆ, ਪਰ ਤੁਹਾਡੇ ਨਾਲ ਨਫ਼ਰਤ ਦੇ ਹੱਦ ਤੱਕ ਨਾ ਲੋਕਾਂ ਨੂੰ ਲੈ ਕੇ ਜਾਓ ਵੀ ਤੁਹਾਡੇ ਨਾਲ ਲੋਕ ਨਫ਼ਰਤ ਹੀ ਕਰਨ ਲੱਗ ਜਾਣ। ਬੀਜੇਪੀ ਵਾਲੇ ਤਾਂ ਖਾਸ ਤੌਰ ਤੇ ਬੀਜੇਪੀ ਵਾਲੇ ਇਹ ਗੱਲ ਕਹਿੰਦੇ, ਹਰਜੀਤ ਗਰੇਵਾਲ ਖੁੱਲ੍ਹੇਆਮ ਇਹ ਗੱਲ ਕਹਿੰਦੇ ਆ ਕਿ ਇਹ ਕਿਸਾਨ ਨਹੀਂ, ਇਹ ਤਾਂ ਗੁੰਡੇ ਬੈਠੇ ਆ ਕੇ, ਇਦਾਂ ਥੋੜੀ ਕਹਿੰਦੇ ਐਜੀਟੇਸ਼ਨ ਲੜੇ ਜਾਂਦੇ ਆ। ਬਿਲਕੁਲ, ਮੈਂ ਤੁਹਾਨੂੰ ਤਾਂ ਹੀ ਕਹਿ ਰਿਹਾ ਸੀ ਵੀ ਇੱਕ ਨਾ ਮਨਜ਼ੂਰ ਹੋਣਾ ਸਾਡੀ ਗੱਲ ਨਾਲ ਉਹ ਡਿਫਰੈਂਟ ਹੁੰਦੀ ਆ, ਤੇ ਤੁਹਾਡੇ ਨਾਲ ਨਫ਼ਰਤ ਦੇ ਲੈਵਲ ਤੱਕ, ਕਿਸਾਨੀ ਲੈਵਲ ਆਮ ਆਵਾਮ ਹੀ ਨਫ਼ਰਤ ਦੇ ਲੈਵਲ ਤੱਕ ਚਲੇ ਗਿਆ ਵੀ ਜਿਹੜਾ ਪ੍ਰੋਵੋਕ ਕਰਦਾ। ਅੱਜ ਕੱਲ੍ਹ ਲੋਕ ਕੋਈ ਅਨਪੜ੍ਹ ਨਹੀਂ ਹੈ, ਟੀਵੀਆਂ ਦੇਖ ਰਿਹਾ, ਤੁਹਾਡਾ ਮਾਧਿਅਮ ਦੇਖਦੇ ਨੇ, ਤੇ ਉਹਦੇ ਥਰੂ ਜੇ ਪ੍ਰੋਵੋਕਿੰਗ ਲੈਂਗੁਏਜ ਵਰਤ ਕੇ ਤੁਸੀਂ ਜਾਣ ਕੇ ਭੜਕਾ ਰਹੇ ਹੋ, ਸਾਡਾ ਯੂਥ ਭੜਕਾਉਣ ਦੀ ਕੋਸ਼ਿਸ਼ ਕੀਤੀ ਬਾਰ-ਬਾਰ। ਉਹਨਾਂ ਨੇ ਚਲੋ ਮੁੰਡਿਆਂ ਨੇ ਕੁਛ ਨਾ ਕੁਛ ਉਹੋ ਜੀ ਵਿਰੋਧਤਾ ਵੀ ਉਹਨਾਂ ਨੂੰ ਦਿਖਾਈ, ਕਾਲੇ ਝੰਡੇ ਵੀ ਦਿਖਾਏ, ਉਦੋਂ ਵੱਧ ਵੀ ਵਧੇ, ਤੇ ਕਹਿੰਦੇ ਵੱਧ ਵਧੇ ਆ ਤੇ ਵੱਧ ਵਧੇ। ਤੁਹਾਡੀ ਲੈਂਗੁਏਜ ਕਿਹੋ ਜੀ ਸੀ, ਤੁਸੀਂ ਵਰਤ ਕਿਹੋ ਜਿਹੇ ਵਰਡਸ ਰਹੇ ਹੋ, ਲੋਕਾਂ ਨੂੰ ਮਜਬੂਰ ਕਰ ਰਹੇ ਹੋ। ਤਾਂ ਵੀ ਮੈਂ ਕਹਿੰਦਾ ਲੋਕ ਇੰਨੇ ਕੁ ਤਰੀਕੇ ਨਾਲ ਬੈਠੇ ਨੇ, ਇੰਨੇ ਸਲੀਚੇ ਨਾਲ ਬੈਠੇ ਨੇ ਵੀ ਆਉਣ ਵਾਲੇ ਵਕਤ ਨਾਲ ਸ਼ਾਂਤੀ ਨਾਲ ਅੰਦੋਲਨ ਲੜਨ ਨੂੰ ਤਿਆਰ ਨੇ। ਕਾਦੀਆਂ ਸਾਹਿਬ, ਇੱਕ ਸਵਾਲ, ਮੇਰਾ ਅਖੀਰਲਾ ਸਵਾਲ ਹੈ ਤੁਹਾਡੇ ਤੋਂ। ਰਲਦੂ ਸਿੰਘ ਮਾਨਸਾ ਹੁਣਾਂ ਨੂੰ 15 ਦਿਨਾਂ ਲਈ ਸਸਪੈਂਡ ਕੀਤਾ ਗਿਆ। ਤੁਹਾਨੂੰ ਲੱਗਦਾ ਨਹੀਂ ਕਿ ਇੰਨੇ ਮੈਚੁਰ ਲੀਡਰ ਹੋਣ ਦੇ ਬਾਵਜੂਦ ਇਹੋ ਜਿਹੀਆਂ ਗੱਲਾਂ ਸਟੇਜ ਤੇ ਨਹੀਂ ਕਰਨੀਆਂ ਚਾਹੀਦੀਆਂ, ਤਾਂ ਕਿ ਪੰਜਾਬ, ਹਰਿਆਣਾ ਔਰ ਹੋਰ ਦੂਸਰੇ ਸੂਬਿਆਂ ਦੇ ਵਿੱਚ ਵੀ ਜਿਹੜੇ ਪੰਜਾਬੀ ਬੈਠੇ ਆ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਔਰ ਇਹੋ ਜਿਹੀਆਂ ਚੀਜ਼ਾਂ ਤਾਂ ਸ਼ਾਇਦ ਮੈਨੂੰ ਲੱਗਦਾ ਮੋਰਚੇ ਦੀ ਸਟੇਜ ਤੇ ਕਰਨੀਆਂ ਨਹੀਂ ਚਾਹੀਦੀਆਂ। ਧਾਰਮਿਕ ਗੱਲਾਂ ਤਾਂ, ਧਾਰਮਿਕ ਜਿਹੜੀਆਂ ਤੁਹਾਡੇ ਆਗੂਆਂ ਵੱਲੋਂ ਇਹ ਬਿਆਨ ਸੀਗਾ ਕਿ ਧਾਰਮਿਕ ਜਿਹੜੀਆਂ ਭੜਕਾਊ ਭਾਸ਼ਣ ਉਹਨਾਂ ਨੇ ਤਾਂ ਉਸ ਤੋਂ ਬਾਅਦ ਸਸਪੈਂਡ ਕੀਤਾ। ਇਹੋ ਜਿਹੇ ਭੜਕਾਊ ਭਾਸ਼ਣ ਦੇਣ ਦੀ ਲੋੜ ਹੈਗੀ ਆ ਆਗੂਆਂ ਨੂੰ ਸਟੇਜਾਂ ਤੋਂ? ਦੇਖੋ, ਆ ਜਿਹੜਾ ਅੰਦੋਲਨ ਆ ਜਿਹਨੇ ਐਸਕੇਐਮ ਡਿਵੈਲਪ ਕੀਤੀ, ਅਲੱਗ-ਅਲੱਗ ਜਥੇਬੰਦੀ, ਅਲੱਗ-ਅਲੱਗ ਆਈਡੀਓਲੋਜੀ ਦੇ ਲੋਕ ਇੱਥੇ ਆਏ ਹੋਏ ਨੇ। ਹਰ ਤਰ੍ਹਾਂ ਦਾ ਮਿਨੀਮਮ ਪ੍ਰੋਗਰਾਮ ਹੈਗਾ, 3 ਬਿੱਲ ਵਾਪਸ ਕਰਾਉਣੇ, ਰਿਪੀਲ ਕਰਾਉਣੇ ਤੇ ਐਮਐਸਪੀ ਦੇ ਉੱਤੇ ਲਾਅ ਬਣਾਉਣਾ। ਜਦ ਸਟੇਜ ਨਾ ਧਾਰਮਿਕ ਆ, ਨਾ ਜਾਤ ਪਾਤ ਤੇ ਆ, ਨਾ ਕਿਸੇ ਤੇ ਆ, ਆਰਥਿਕ ਲੜਾਈ ਆ, ਤਾਂ ਤੁਹਾਨੂੰ ਇਹ ਕਿਸੇ ਹੱਦ ਤੱਕ, ਕਿਸੇ ਵੀ ਵੱਡੇ ਲੀਡਰ ਦੇ ਵੀ ਮੈਂ ਕਹਿੰਦਾ ਵੀ ਕਿਸੇ ਨੂੰ ਵੀ ਕੋਈ ਧਾਰਮਿਕ ਗੱਲ, ਕੋਈ ਜਾਤ ਪਾਤ ਦੀ ਗੱਲ ਬਿਲਕੁਲ ਇਹਦੇ ਵਿੱਚ ਨਹੀਂ ਲੈ ਕੇ ਆਉਣੀ ਚਾਹੀਦੀ। ਪਹਿਲੀ ਵਾਰ ਇਹ ਭਾਈਚਾਰਕ ਸਾਂਝ ਬਣੀ ਆ ਵੀ ਆਪਾਂ ਆਰਥਿਕ ਲੜਾਈ ਲੜ ਰਹੇ ਹਾਂ, ਜਿਹੜੀ ਕਿ ਆਪਾਂ ਨੂੰ ਬਹੁਤ ਦੇਰ ਦੀ ਲੋੜ ਸੀ।
74 ਸਾਲ ਆਪਾਂ ਆਜ਼ਾਦ ਹੋਏ ਨੂੰ ਹੋਏ ਆ, ਹਾਲੇ ਆਪਾਂ ਡਿਵੈਲਪ ਨਹੀਂ ਹੋ ਸਕੇ। ਜਿਹਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਦੇਸ਼ ਨੂੰ, ਉਹਨੂੰ ਆਪਾਂ ਆਹ ਗੱਲਾਂ ਕਾਤਰੀ ਆਪਾਂ ਉਹਦੇ ਫਿਰ ਇਹ ਹੋ ਗਿਆ ਸਿਆਸੀ ਲੋਕਾਂ ਵਾਂਗੂ ਬਿਆਨ ਦੇ ਦਿੱਤਾ। ਤੇ ਤੁਸੀਂ ਆਰਥਿਕ ਲੜਾਈ ਲੜ ਰਹੇ ਆ, ਆਪਾਂ ਲੋਕਾਂ ਨੂੰ ਇੱਕ ਆਰਥਿਕ ਐਗਜ਼ਾਮਪਲ ਬਣਾ ਕੇ ਦੇਣੀ ਆ ਵੀ ਆਰਥਿਕ ਤੌਰ ਤੇ ਕਿਵੇਂ ਲੜਾਈ ਲੜੀ ਜਾਂਦੀ ਆ, ਕਿਵੇਂ ਉਹਨੂੰ ਹਾਸਲ ਕੀਤਾ ਜਾਂਦਾ। ਇਹੋ ਜਿਹੇ ਬਿਆਨ ਦੇਣੇ ਨਿੰਦਕਯੋਗ ਨੇ। ਆਉਣ ਵਾਲੇ ਸਮੇਂ 'ਚ ਕਿਸੇ ਵੀ ਧਰਮ ਦੀ ਸਾਰਿਆਂ ਦੀ ਸਤਿਕਾਰ ਹੋਣਾ ਚਾਹੀਦਾ, ਸਾਰੀ ਜਾਤ ਪਾਤ ਨੂੰ ਸਤਿਕਾਰ ਹੋਣਾ ਚਾਹੀਦਾ। ਕਿਸੇ ਦੇ ਵਰਡ ਬੋਲਣਾ ਗਲਤ ਆ। ਇਸ ਟਾਈਮ ਅਸੀਂ ਇੱਕ ਸਾਂਝੀ ਲੜਾਈ, ਆਰਥਿਕ ਲੜਾਈ ਲੜ ਰਹੇ ਹਾਂ, ਜਿਹੜੀ ਕਿ ਬਾਹਰਲੇ ਡਿਵੈਲਪਡ ਕੰਟਰੀਜ਼ ਨੂੰ ਸਿੱਖਣਾ ਪੈਣਾ ਵੀ ਉਹ ਆਰਥਿਕ ਤੌਰ ਤੇ ਤਕੜੇ ਹੋਏ ਨੇ ਤਾਂ ਉਹਨਾਂ ਨੂੰ ਪੂਰੇ ਦੁਨੀਆ ਦੇ ਵਿੱਚ ਉਹਨਾਂ ਨੂੰ ਸਲੂਟ ਵੱਜਦਾ। ਆਪਾਂ ਆਰਥਿਕ ਤੌਰ ਤੇ ਥੱਲੇ ਜਾ ਰਹੇ ਹਾਂ। ਆਉਂਦੇ ਸਮੇਂ ਲਈ ਆਪਾਂ ਦੇਸ਼ ਆਰਥਿਕ ਤੌਰ ਤੇ ਥੱਲੇ ਜਾ ਰਿਹਾ, ਤਾਂ ਇਹਨੂੰ ਸੰਭਾਲਣੀ, ਆਰਥਿਕ ਸੰਭਾਲਣੀ ਬਹੁਤ ਜ਼ਰੂਰੀ ਆ। ਸਿੰਘ ਮਾਨਸਾ ਉਹਨਾਂ ਦੇ ਨਾਲ ਗੱਲਬਾਤ ਹੋਈ ਸੀ ਜਦੋਂ ਉਹਨਾਂ ਨੇ ਬਿਆਨ ਦਿੱਤਾ ਸਟੇਜ ਤੋਂ ਬਾਅਦ? ਤੁਸੀਂ ਗੱਲ ਕੀਤੀ ਉਹਨਾਂ ਦੇ ਨਾਲ ਕੋਈ ਕਿਸੇ ਤਰ੍ਹਾਂ? ਨਹੀਂ, ਮੈਂ ਗੱਲ ਨਹੀਂ ਕੀਤੀ ਕਿਉਂਕਿ ਸਾਡੇ ਸੀਨੀਅਰ ਵੀ ਨੇ, ਅਸੀਂ ਮੀਟਿੰਗ ਸੋਚਿਆ ਸੀ ਮੀਟਿੰਗ ਗੱਲ ਕਰਾਂਗੇ, ਪਰ ਜਦ ਤੱਕ ਮੀਟਿੰਗ 'ਚ ਉਹ ਏਜੰਡਾ ਹੀ ਆ ਚੁੱਕਿਆ ਸੀ ਤਾਂ ਫਿਰ ਪਾਸ ਹੋ ਗਿਆ। ਜਿਹੜੀ ਤਕਰੀਬਨ ਸਾਡੇ ਸਾਰੇ ਦਿਲ ਦੀ ਭਾਵਨਾਵਾਂ ਸੀ ਉਹੀ ਉਹਦਾ ਨਾਂ ਦਾ ਸਜ਼ਾ ਮੁਕਰਰ ਹੋਈ। ਬਹੁਤ ਬਹੁਤ ਸ਼ੁਕਰੀਆ ਕਾਦੀਆਂ ਸਾਹਿਬ। ਹਰਮੀਤ ਸਿੰਘ ਕਾਦੀਆਂ ਕਿਸਾਨ ਆਗੂ ਨੇ, ਯੰਗ ਨੇ ਔਰ ਯੂਥ ਵੱਡੀ ਗਿਣਤੀ ਦੇ ਵਿੱਚ ਕਾਦੀਆਂ ਉਹਨਾਂ ਦੇ ਨਾਲ ਜੁੜਿਆ ਹੋਇਆ। ਸੋ ਹਰਮੀਤ ਕਾਦੀਆਂ ਉਹਨਾਂ ਦੇ ਨਾਲ ਗੱਲਬਾਤ ਹੋਈ। ਕਾਦੀਆਂ ਹੁਣੀ ਕਹਿ ਰਹੇ ਨੇ ਕਿ ਖੇਤੀਬਾੜੀ ਕਾਨੂੰਨ ਰੱਦ ਕਰਾਉਣਾ ਸਾਡਾ ਮੇਨ ਮਕਸਦ ਆ, ਮੁੱਖ ਮਕਸਦ ਹੈਗਾ, ਸਾਡਾ ਮੁੱਖ ਟੀਚਾ ਹੈਗਾ ਕਿ ਖੇਤੀਬਾੜੀ ਕਾਨੂੰਨ ਅਸੀਂ ਰੱਦ ਕਰਾਉਣੇ ਆ। ਇਸੇ ਕਰਕੇ 8 ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਦਿੱਲੀ ਦੇ ਬਾਰਡਰਾਂ ਤੇ ਬੈਠਿਆਂ ਨੂੰ ਔਰ ਲਗਾਤਾਰ ਇਹ ਲੜਾਈ ਜਿਹੜੀ ਹੈ ਕੇਂਦਰ ਸਰਕਾਰ ਦੇ ਖਿਲਾਫ ਇਸੇ ਤਰ੍ਹਾਂ ਜਾਰੀ ਰਹੇਗੀ ਜਦੋਂ ਤੱਕ ਕੇਂਦਰ ਸਰਕਾਰ ਖੇਤੀਬਾੜੀ ਕਾਨੂੰਨ ਰੱਦ ਨਹੀਂ ਕਰਦੀ। ਨਾਲ ਹੀ ਸਟੇਜਾਂ ਤੋਂ ਭੜਕਾਊ ਭਾਸ਼ਣ ਦੇਣ ਵਾਲਿਆਂ ਨੂੰ ਵੀ ਇਹ ਕਿਹਾ ਹੈ ਕਿ ਇਹ ਨਾ ਤਾਂ ਕੋਈ ਧਾਰਮਿਕ ਸਟੇਜ ਹੈ, ਨਾ ਕੋਈ ਸਿਆਸੀ ਸਟੇਜ ਹੈ, ਨਾ ਕਿਸੇ ਦੀ ਨਿੱਜੀ ਸਟੇਜ ਹੈ, ਇਹ ਕਿਸਾਨਾਂ ਦੀ ਸਾਂਝੀ ਸਟੇਜ ਹੈ ਤੇ ਇਸ ਤੋਂ ਸਿਰਫ ਕਿਸਾਨੀ ਦੇ ਮੁੱਦੇ ਦੀ ਹੀ ਗੱਲ ਕੀਤੀ ਜਾਵੇ ਤਾਂ ਕਿ ਇਹ ਅੰਦੋਲਨ ਜਿਹੜਾ ਇੱਕ ਸਹੀ ਦਿਸ਼ਾ ਵੱਲ ਚੱਲ ਰਿਹਾ ਹੈ ਇਹ ਇਸੇ ਤਰ੍ਹਾਂ ਚੱਲਦਾ ਰਹੇ ਤੇ ਖੇਤੀਬਾੜੀ ਕਾਨੂੰਨ ਰੱਦ ਕਰਾ ਕੇ ਕਿਸਾਨ ਵਾਪਸ ਆਪੋ ਆਪਣੇ ਘਰਾਂ ਨੂੰ ਮੁੜਨ। ਕੈਮਰਾਮੈਨ ਸ਼ਮਸ਼ੇਰ ਦੇ ਨਾਲ ਵਿਕਰਮ ਸਿੰਘ ਪ੍ਰੋ, ਪੰਜਾਬ ਟੀਵੀ, ਦਿੱਲੀ।